वेलकम टू एवरीवन। मैं अपने अज दे इस लैक्चर दे विच आप सब दा वेलकम करदा। मैं पवन कुमार इलैक्ट्रॉनिक्स इंस्ट्रक्टर गवर्नमेंट ITI कलानौर तो है। ते अज दा जिहड़ा मेरा टॉपिक है वो हैगा नंबर सिस्टम एंड इट्स कन्वर्जन्स। नंबर सिस्टम एंड कन्वर्जन्स मीनस डिजिटल इलैक्ट्रॉनिक्स ਦਾ ਹੀ ਇੱਕ ਪਾਰਟ ਹੈ ਜੋ ਕਿ ਸਾਡੇ ਇਲੈਕਟ੍ਰੋਨਿਕਸ ਦੇ ਵਿੱਚ, ਕੰਜ਼ਿਊਮਰ ਇਲੈਕਟ੍ਰੋਨਿਕਸ ਦੇ ਵਿੱਚ, ਇਲੈਕਟ੍ਰੀਸ਼ੀਅਨ ਦੇ ਵਿੱਚ, ਕੋਪਾ, ਕੰਪਿਊਟਰ, ਹਾਰਡਵੇਅਰ ਐਂਡ ਨੈਟਵਰਕਿੰਗ ਟ੍ਰੇਡਸ ਦੇ ਵਿੱਚ ਇਹ ਇੱਕ ਕਾਮਨ ਹੈਗਾ। ਇਸ ਦੇ ਬੇਸ ਤੇ ਕਿ ਨੰਬਰ ਸਿਸਟਮ ਬਾਰੇ ਪੜਾਂਗੇ ਤੇ ਉਸ ਤੋਂ ਬਾਅਦ ਇਹਦੀਆਂ ਕਨਵਰਜ਼ਨ ਕਰਾਂਗੇ ਕਿ ਇੱਕ ਨੰਬਰ ਤੋਂ ਦੂਸਰੇ ਨੰਬਰ ਦੇ ਵਿੱਚ ਕਨਵਰਟ ਕਰਾਂਗੇ। ਸੋ ਸਭ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਵੇਂ ਸਾਡੇ ਐਡਮਿਸ਼ਨ ਜਿਹੜੀ ਓਪਨ ਹੋ ਚੁੱਕੀ ਹੈ, ਸੋ ਮੈਂ ਇੱਕ ਜਿਹੜੀ ਹੈ ਸਟੂਡੈਂਟਸ ਨਾਲ ਗੱਲ ਸ਼ੇਅਰ ਕਰਨਾ ਚਾਹੁੰਦਾ ਕਿ ਕਿਉਂਕਿ ਜੋ ਵੀ ਸਟੂਡੈਂਟ ਇੱਥੇ ਆ ਅੱਜ ਸੈਸ਼ਨ ਦੇ ਵਿੱਚ ਹੈਗੇ ਆ ਉਹ ਆਲਰੇਡੀ ਸਾਡੇ ITI ਦੇ ਅਲੱਗ-ਅਲੱਗ ITIs ਵਿੱਚ ਪੜ੍ਹ ਰਹੇ ਆ। ਸੋ ਇਹ ਹੈ ਕਿ ਤੁਸੀਂ ਆਪਣੇ ਜਿਹੜੇ ਨੀਅਰ ਜਾਂ ਡੀਅਰ ਜੋ ਵੀ ਤੁਹਾਡੇ ਫਰੈਂਡਸ ਆ, ਰਿਲੇਟਿਵਸ ਆ, ਉਹਨਾਂ ਨੂੰ ਤੁਸੀਂ ਦੱਸ ਦੋ ਕਿ ਜਿਹੜਾ ITI ਦੇ ਐਡਮਿਸ਼ਨ ਜਿਹੜੀ ਓਪਨ ਹੋ ਚੁੱਕੀ ਹੈ ਤੇ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਸ਼ੁਰੂ ਹੋ ਚੁੱਕੀ ਹੈ, ਜਿਸ ਦੀ ਕਿ ਲਾਸਟ ਡੇਟ 19 ਅਗਸਤ ਹੈ। 19 ਅਗਸਤ ਤੋਂ ਬਾਅਦ ਫਿਰ ਰਜਿਸਟ੍ਰੇਸ਼ਨ ਜਿਹੜੀ ਉਹ ਨਹੀਂ ਹੋਣੀ। ਸੋ ਲਾਸਟ ਡੇਟ ਜਿਹੜੀ 19 ਅਗਸਤ ਦਾ ਤੋਂ ਤੁਸੀਂ ਐਡਮਿਸ਼ਨ ਦਾ ਪ੍ਰੋਸੈਸ ਹੈਗਾ ਉਹ ਸਟਾਰਟ ਹੋ ਚੁੱਕਾ ਹੈ। ਸਾਰਾ ਜਿਹੜਾ ਪ੍ਰੋਸੈਸ ਹੈ ਇਹ ਆਨਲਾਈਨ ਵੇ ਨਾਲ ਹੈ। ਤੁਸੀਂ ਆਪਣੇ ਘਰ ਤੋਂ ਹੀ, ਆਪਣੇ ਫੋਨ ਤੋਂ, ਆਪਣੇ ਕੰਪਿਊਟਰ ਤੋਂ ਤੁਸੀਂ ਇਸ ਨੂੰ, ਈਵਨ ਕਿ ਫੋਨ ਤੋਂ ਵੀ ਇਹਨੂੰ ਤੁਸੀਂ itipunjab.nic.in ਤੇ ਜਾ ਕੇ ਤੁਸੀਂ ਇਸ ਨੂੰ ਆਪਣਾ ਰਜਿਸਟਰਡ ਕਰਕੇ ਤੇ ਸਾਰੀ ਅੱਗੇ ਫਾਰਮ ਮਤਲਬ ਸਟੈਪ ਬਾਈ ਖੁੱਲਦਾ ਜਾਏਗਾ, ਉਸਨੂੰ ਤੁਸੀਂ ਫਿਲ ਕਰ ਸਕਦੇ ਹੋ। ਤੇ ਫੀਸ ਜਿਹੜੀ ਇੱਕ ਵੈਰੀਫਿਕੇਸ਼ਨ ਫੀਸ ਹੁੰਦੀ ਜਿਹੜੀ 100 ਰੁਪਇਆ, ਉਹ ਵੀ ਤੁਹਾਡਾ ਆਨਲਾਈਨ ਹੀ ਹੋ ਜਾਏਗਾ ਤੇ ਜਿਹੜੇ ਡਾਕੂਮੈਂਟਸ ਆ ਉਹ ਵੀ ਇੱਕ ਆਨਲਾਈਨ ਹੀ ਤੁਹਾਡੇ ਜਿਹੜੇ ਉਹ ਅਪਲੋਡ ਹੋ ਜਾਣਗੇ, ਉੱਦਾਂ ਹੀ ਵੈਰੀਫਾਈ ਹੋ ਜਾਣਗੇ। ਤੁਹਾਨੂੰ ਇੰਸਟੀਚਿਊਟ ਜਾਣ ਦੀ ਵੀ ਲੋੜ ਨਹੀਂ ਹੈਗੀ, ਤੁਸੀਂ ਇਹ ਸਾਰਾ ਕੰਮ ਘਰ ਤੋਂ ਹੀ ਕਰ ਸਕਦੇ ਹੋ। ਸੋ ਜੋ ਮੇਰੇ ਡਿਸਟ੍ਰਿਕਟ ਤੇ ਗੁਰਦਾਸਪੁਰ ਦੇ ਹੈਗੇ ਆ ਬੱਚੇ, ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਇਨ ਕੇਸ ਕੋਈ ਵੀ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਫਾਰਮ ਫਿਲ ਕਰਨ ਦੇ ਵਿੱਚ, ਸਾਡਾ ਹੈਲਪ ਡੈਸਕ ਹੈ ਉੱਥੇ ITI ਦੇ ਵਿੱਚ ਸਾਡਾ ਸਟਾਫ ਬੈਠ ਰਿਹਾ। ਫਿਰ ਵੀ ਐਨੀਵੇ ਆ ਨੰਬਰ ਮੈਂ ਦਿੱਤੇ ਹੋਏ ਨੇ 9815308922 9463969362 9914754788 ਐਂਡ 9501844222। ਕਿਸੇ ਵੀ ਟਾਈਮ ਤੁਸੀਂ ਇਹਨਾਂ ਨੰਬਰਾਂ ਤੇ ਕਾਲ ਕਰਕੇ ਨਹੀਂ ਪਤਾ ਲੱਗਦਾ ਤੁਹਾਨੂੰ ਕਿ ਕਿਵੇਂ ਫਾਰਮ ਫਿਲਅਪ ਕਰਨਾ, ਤੁਸੀਂ ਫੋਨ ਕਾਲ ਕਰ ਸਕਦੇ ਹੋ। ਤਾਂ ਫਿਰ ਤੁਸੀਂ ਸਾਡੇ ਕੋਲ ITI ਕਲਾਨੌਰ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਜੋ ਸਾਡੇ ਅਰਾਊਂਡ ਹੈਗੇ ਆ ਬੱਚੇ, ਕਲਾਨੌਰ, ਗੁਰਦਾਸਪੁਰ, ਧਾਰੀਵਾਲ ਦੇ ਨੇੜੇ ਜਿਹੜੇ ਬੱਚੇ ਆ, ਡੇਰਾ ਬਾਬਾ ਨਾਨਕ, ਫਤਿਹਗੜ੍ਹ, ਚੂੜੀਆਂ, ਇਹ ਸਾਰੇ ਬੱਚੇ ਜਿਹੜੇ ਆ ਸਾਡੇ ਕੋਲ ITI ਦੇ ਆ ਕੇ ਵਿੱਚ ਵੀ ਰਜਿਸਟਰ ਕਰ ਸਕਦੇ ਆ। ਜੇ ਇਨ ਕੇਸ ਇਹਨਾਂ ਨੂੰ ਘਰੇ ਪ੍ਰੋਬਲਮ ਆ ਰਹੀ ਹੈ ਤਾਂ ਫੋਨ ਕਾਲ ਕਰ ਲਓ, ਅਦਰਵਾਈਜ਼ ਤੁਸੀਂ ITI ਵੀ ਆ ਕੇ ਇਨਫੋਰਮੇਸ਼ਨ ਲੈ ਸਕਦੇ ਹੋ ਨੈਕਸਟ। ਸੋ ਅੱਜ ਦਾ ਜਿਹੜਾ ਟੌਪਿਕ ਹੈ ਉਸ ਤੇ ਅਸੀਂ ਹੁਣ ਆਉਂਦੇ ਹਾਂ। ਸਾਡੇ ਜੋ ਅੱਜ ਅਸੀਂ ਪੜਾਂਗੇ ਮੇਨ ਕੰਟੈਂਟਸ ਹੈ ਕਿ ਨੰਬਰ ਸਿਸਟਮ ਦੀ ਇੰਟਰੋਡਕਸ਼ਨ, types of number system, conversion of number system. Introduction number system ਦੀ ਕਿ number system ਕੀ ਹੈ। number system ਕੀ ਹੈ ਕਿ it is a system for representing numeric value using different digits. different digits ਨੂੰ use ਕਰਦੇ ਹੋਏ ਇੱਕ ਜਿਹੜੀ numeric value ਬਣਦੀ ਹੈ ਉਹਨੂੰ ਅਸੀਂ ਕਹਿੰਦੇ ਨੰਬਰ ਸਿਸਟਮ। ਫੋਰ ਐਗਜ਼ਾਮਪਲ 7, 3, 8 ਇਹ ਸਾਡਾ ਹੀ ਇੱਕ ਨੰਬਰ ਸਿਸਟਮ ਹੈ। ਇਹ ਸਾਡਾ ਇੱਕ ਨੰਬਰ ਸਿਸਟਮ ਹੈ ਜੋ ਅਸੀਂ ਡੇਲੀ
मतलब यूज करते हैं ये नंबर जिहड़े ने ये। सो वी आर all familiar with the decimal number system। ਅਸੀਂ ਡੈਸੀਮਲ ਆ ਜਿਹੜਾ ਇੱਕ ਮੈਂ ਨੰਬਰ ਲਿਖਿਆ ਡੈਸੀਮਲ ਨੰਬਰ ਹੈ, ਜਿਵੇਂ 1 2 3 4 5 6 7 8 9 ਇੱਕ ਤੋਂ ਲੈ ਕੇ 0 ਤੋਂ ਲੈ ਕੇ 9 ਤੱਕ ਜਿਹੜੇ ਆ ਉਹ ਸਾਡੇ ਕੀ ਹੁੰਦੇ ਡੈਸੀਮਲ ਨੰਬਰ। ਕਿਉਂਕਿ 0 ਤੋਂ ਲੈ ਕੇ 9 ਤੱਕ ਅਸੀਂ ਜਦੋਂ ਡਿਜਿਟ ਲਵਾਂਗੇ ਤੇ ਉਸ ਤੋਂ ਅਸੀਂ ਕੋਈ ਵੀ ਜਿਹੜਾ ਉਹ ਨੰਬਰ ਜਿਹੜਾ ਉਹ ਅਸੀਂ ਬਣਾ ਸਕਦੇ ਹਾਂ। ਜਿਵੇਂ 0 to 9 ਜਿਵੇਂ 3 ਹੈ 5 ਹੈ ਐਂਡ 7 ਹੈ, ਇਹ 0 to 9 ਦੇ ਵਿੱਚ ਹੀ ਹੈ। ਇਹ 3 ਡਿਜਿਟ ਦਾ ਇੱਕ ਨੰਬਰ ਬਣ ਗਿਆ, ਇਹ ਡੈਸੀਮਲ ਨੰਬਰ ਹੈ 3 ਡਿਜਿਟ ਦਾ ਬਣ ਗਿਆ। ਸੋ ਅਸੀਂ ਇਹਦੇ ਬਾਰੇ ਤਾਂ ਡੇਲੀ ਦੇ ਵਿੱਚ ਲਿਖਦੇ ਵੀ ਆ ਪੜ੍ਹਦੇ ਵੀ ਆ ਕਿ ਇਹ ਇੱਕ ਡੈਸੀਮਲ ਨੰਬਰ ਸਿਸਟਮ ਹੁੰਦਾ। ਸੋ ਇਹਦੇ ਬਾਰੇ ਆਲਰੇਡੀ ਅਸੀਂ ਫੈਮੀਲੀਅਰ ਹੈ। ਬਟ ਕੁਝ ਹੋਰ ਨੰਬਰ ਸਿਸਟਮ ਵੀ ਹੈਗੇ ਨੇ, ਜਿਵੇਂ ਕਿ ਇੱਕ ਬਾਈਨਰੀ ਨੰਬਰ ਸਿਸਟਮ ਹੈ, ਆਕਟਲ ਨੰਬਰ ਸਿਸਟਮ ਹੈ ਤੇ ਹੈਕਸਾਡੈਸੀਮਲ ਨੰਬਰ ਸਿਸਟਮ ਹੈ। ਅੱਗੇ ਟਾਈਪਸ ਜਿੱਦਾਂ ਹੁਣ ਮੈਂ ਡਿਸਕਸ ਕੀਤਾ ਤੁਹਾਡੇ ਨਾਲ ਕਿ ਟਾਈਪਸ ਜਿਹੜੀਆਂ ਇਹਦੀਆਂ 4 ਟਾਈਪਸ ਨੇ। ਇੱਕ ਹੋ ਗਿਆ ਡੈਸੀਮਲ ਨੰਬਰ ਸਿਸਟਮ, ਸੈਕਿੰਡ ਹੈ ਬਾਈਨਰੀ ਨੰਬਰ ਸਿਸਟਮ, ਥਰਡ ਹੈ ਆਕਟਲ ਨੰਬਰ ਸਿਸਟਮ ਐਂਡ ਫੋਰਥ ਹੈ ਹੈਕਸਾਡੈਸੀਮਲ ਨੰਬਰ ਸਿਸਟਮ। ਇਹ 4 ਤਰ੍ਹਾਂ ਦੇ ਨੰਬਰ ਸਿਸਟਮ ਹੈ ਜਿਨ੍ਹਾਂ ਨੂੰ ਅਸੀਂ ਅੱਜ ਡਿਸਕਸ ਕਰਾਂਗੇ ਔਰ ਇਹਨਾਂ ਦੀਆਂ ਫਿਰ ਕਨਵਰਜ਼ਨ ਕਰਾਂਗੇ ਕਿ ਡੈਸੀਮਲ ਨੰਬਰ ਨੂੰ ਅਸੀਂ ਬਾਈਨਰੀ ਨੰਬਰ ਵਿੱਚ ਕਨਵਰਟ ਕਰਾਂਗੇ, ਡੈਸੀਮਲ ਨੂੰ ਆਕਟਲ ਦੇ ਵਿੱਚ ਕਰਾਂਗੇ, ਡੈਸੀਮਲ ਨੂੰ ਹੈਕਸਾ ਦੇ ਵਿੱਚ ਕਰਾਂਗੇ। ਇਸੇ ਤਰ੍ਹਾਂ ਹੀ ਬਾਈਨਰੀ ਨੂੰ ਆਕਟਲ ਦੇ ਵਿੱਚ, ਬਾਈਨਰੀ ਨੂੰ ਹੈਕਸਾ ਦੇ ਵਿੱਚ, ਇੱਕ ਦੂਜੇ ਦੇ ਵਿੱਚ ਇਹਨਾਂ ਨੂੰ ਕਨਵਰਟ ਕਰਾਂਗੇ। ਕਿਉਂਕਿ ਇਹ ਤੁਹਾਨੂੰ ਐਗਜ਼ਾਮ ਦੇ ਵਿੱਚ ਫਾਈਨਲ ਜਿਹੜਾ ਪੇਪਰ ਹੈ ਉਹਦੇ ਵਿੱਚ ਜਿਹੜੇ MCQ ਕੁਐਸਚਨਸ ਹੈ ਉਹ 3 ਜਾਂ 4 ਕੁਐਸਚਨਸ ਜ਼ਰੂਰ ਆਉਣਗੇ ਇਹਦੇ ਤੇ ਬੇਸ ਜਿਹੜੇ ਆ। ਸੋ ਨੰਬਰ ਸਿਸਟਮ ਦੇ ਇਹੀ ਹੈ ਕਿ ਜਿਵੇਂ ਪਹਿਲਾਂ ਹੁਣੇ ਦੱਸਿਆ ਸੀਗਾ ਕਿ ਇਹਦੇ 4 ਟਾਈਪਸ ਹੈ। ਇੱਕ ਡੈਸੀਮਲ ਨੰਬਰ ਸਿਸਟਮ, ਦੂਜਾ ਬਾਈਨਰੀ ਨੰਬਰ ਸਿਸਟਮ, ਤੀਜਾ ਆਕਟਲ ਔਰ ਚੌਥਾ ਹੈਗਾ ਹੈਕਸਾਡੈਸੀਮਲ। ਇਹਦੇ ਵਿੱਚ ਡੈਸੀਮਲ ਨੰਬਰ ਸਿਸਟਮ ਜਿਹੜਾ ਪਹਿਲਾਂ ਦੱਸਿਆ ਤੁਹਾਨੂੰ ਹੁਣੇ ਕਿ ਡੈਸੀਮਲ ਨੰਬਰ ਸਿਸਟਮ ਸਾਡੇ ਹੁੰਦੇ 0 ਤੋਂ ਲੈ ਕੇ 9 ਤੱਕ, 0 ਤੋਂ 9 ਦੇ ਵਿੱਚ, ਤੇ ਇਹਦਾ ਬੇਸ ਜਿਹੜਾ ਹੁੰਦਾ ਉਹ 10 ਹੁੰਦਾ। ਬੇਸ ਇਹਦਾ 10 ਹੁੰਦਾ ਕਿਉਂਕਿ ਇਹਦੇ ਚ ਡਿਜਿਟ ਕਿੰਨੇ ਆ ਜਾਂਦੇ ਆ 10 ਡਿਜਿਟ ਆ ਜਾਂਦੇ। 0 ਤੋਂ 9 ਤੱਕ ਅਸੀਂ ਜਦੋਂ ਲਿਖਾਂਗੇ ਤੇ 9 ਤਾਂ ਐ ਹੋ ਗਏ ਤੇ ਇੱਕ 0 ਵੀ ਕਾਊਂਟ ਹੋਏਗਾ ਵਿੱਚ, ਮਤਲਬ 10 ਡਿਜਿਟ ਹੋ ਜਾਣਗੇ। ਇਹਦਾ ਮਤਲਬ ਇਹਦਾ ਬੇਸ ਜਿਹੜਾ ਉਹ 10 ਹੁੰਦਾ। ਬਾਈਨਰੀ ਨੰਬਰ ਇਹਦਾ ਬੇਸ ਜਿਹੜਾ ਉਹ 2 ਹੁੰਦਾ ਕਿਉਂਕਿ ਇਹਦੇ ਵਿੱਚ 2 ਨੰਬਰ ਹੀ ਯੂਜ਼ ਹੁੰਦੇ ਆ। 2 ਨੰਬਰ ਕਿਹੜੇ 0 ਐਂਡ 1। ਅੱਗੇ ਆਕਟਲ ਦਾ ਬੇਸ ਜਿਹੜਾ ਉਹ ਹੁੰਦਾ 8। ਇਹਦੇ ਵਿੱਚ ਜਿਹੜੇ ਡਿਜਿਟ ਹੈ ਉਹ ਆਉਂਦੇ 0 ਤੋਂ ਲੈ ਕੇ 7 ਤੱਕ। ਔਰ ਸਿਮਿਲਰਲੀ ਹੈਕਸਾਡੈਸੀਮਲ ਨੰਬਰ ਹੈ ਇਹਦੇ ਵਿੱਚ ਕੀ ਹੁੰਦਾ ਇਹ 16 ਇਹਦਾ ਬੇਸ ਹੁੰਦਾ 16 ਔਰ ਇਹਦੇ ਜਿਹੜੇ ਨੰਬਰ ਹੈ ਉਹ 0 ਤੋਂ 9 ਤੱਕ ਤਾਂ ਹੈ ਹੀ ਆ, 0 ਤੋਂ 9 ਔਰ ਨੈਕਸਟ ਜਿਹੜੇ ਨੰਬਰ ਹੈ 0 ਤੋਂ 9 ਇਹ 0 ਤੋਂ 9 ਸਾਡੇ ਕੋਲ 10 ਨੰਬਰ ਹੋ ਗਏ। ਬਾਕੀ ਰਹਿ ਗਏ 6 ਨੰਬਰ। ਜਿਹੜੇ 6 ਨੰਬਰ ਹੈ ਉਹਨਾਂ ਨੂੰ ਅਸੀਂ ਕੈਪੀਟਲ A ਤੋਂ ਲੈ ਕੇ F ਤੱਕ ਲਿਖਦੇ ਹਾਂ, A B C D E and F। ਹੁਣ ਡਿਸਕਸ ਕਰਦੇ ਹਾਂ ਕਿ ਡੈਸੀਮਲ ਨੰਬਰ ਸਿਸਟਮ ਕੀ ਹੈ। ਇੱਕ ਆ ਨੰਬਰ ਸਿਸਟਮ ਦਾ ਕੁਝ ਬੇਸ ਦੱਸਿਆ ਕਿ ਨੰਬਰ ਸਿਸਟਮ ਬਾਈਨਰੀ ਦਾ ਜਿਹੜਾ ਬੇਸ ਹੁੰਦਾ ਉਹ 2 ਹੁੰਦਾ, ਆਕਟਲ ਦਾ ਬੇਸ ਜਿਹੜਾ ਉਹ 8 ਹੁੰਦਾ, ਡੈਸੀਮਲ ਦਾ ਜਿਹੜਾ ਬੇਸ ਉਹ 10 ਹੁੰਦਾ ਔਰ ਹੈਕਸਾਡੈਸੀਮਲ ਦਾ ਬੇਸ 16 ਹੁੰਦਾ। ਪੇਪਰ ਦੇ ਵਿੱਚ ਜੋ ਕੁਐਸਚਨ MCQ ਬਣਦਾ ਉਸ ਤਰ੍ਹਾਂ ਹੁੰਦਾ ਕਿ ਬਾਈਨਰੀ ਦਾ ਜਿਹੜਾ ਬੇਸ ਆ ਉਹ ਕੀ ਹੋਏਗਾ, ਉਹਦਾ ਆਂਸਰ ਬੇਸ ਵੀ ਆ ਸਕਦਾ ਜਾਂ ਰੈਡਿਕਸ ਵੀ ਲਿਖਿਆ ਆ ਸਕਦਾ ਪੇਪਰ ਦੇ ਵਿੱਚ। ਰੈਡਿਕਸ ਜਾਂ ਬੇਸ ਇੱਕ ਹੀ ਮਤਲਬ ਹੋਏਗਾ ਕਿ ਰੈਡਿਕਸ ਕਿੰਨਾ ਹੈਗਾ ਜਾਂ ਬੇਸ ਕਿੰਨਾ ਹੈਗਾ ਬਾਈਨਰੀ ਨੰਬਰ ਦਾ, ਕਿੰਨਾ ਹੋਏਗਾ 2। ਆਕਟਲ ਦਾ ਬੇਸ ਕਿੰਨਾ ਹੋਏਗਾ ਜਾਂ ਰੈਡਿਕਸ ਕਿੰਨਾ ਹੋਏਗਾ 8। ਡੈਸੀਮਲ ਨੰਬਰ ਸਿਸਟਮ ਦਾ ਬੇਸ ਕਿੰਨਾ ਹੋਏਗਾ 10। ਹੈਕਸਾਡੈਸੀਮਲ ਦਾ ਬੇਸ ਔਰ ਰੈਡਿਕਸ ਕਿੰਨਾ ਹੋਏਗਾ 16। ਸੋ ਇਸ ਤਰ੍ਹਾਂ ਨਾਲ MCQ ਦੇ ਵਿੱਚ ਕੁਐਸਚਨ ਜਿਹੜਾ ਉਹ ਆ ਸਕਦਾ ਹੈਗਾ ਪੇਪਰ ਦੇ ਵਿੱਚ। ਡੈਸੀਮਲ ਨੰਬਰ ਸਿਸਟਮ ਨੂੰ
डिस्कस करन जा रहे हैं कि डेसिमल नंबर सिस्टम की है। डेसिमल नंबर सिस्टम इज ए बेस 10 नंबर सिस्टम, मीनस कि ਇਹਦਾ ਜਿਹੜਾ ਬੇਸ ਆ ਉਹ 10 ਹੈਗਾ, ਹੈਵਿੰਗ 10 ਡਿਜਿਟਸ। ਇਹਦੇ 10 ਡਿਜਿਟਸ ਹੁੰਦੇ ਆ 0 to 9। 0 to 9 मीन्स 0 हो गया, फिर 1 हो गया, फिर 2 हो गया, 3 हो गया, 4 हो गया, 5 सो ऑन, कितों तक जाएगा 9 तक। सो इन्हां डिजिट्स ਨੂੰ ਹੀ ਅਸੀਂ ਯੂਜ਼ ਕਰਦੇ ਹੋਏ ਅਸੀਂ ਕੀ ਕਰਦੇ ਹਾਂ, ਸਾਡੇ ਕੋਲ ਇੱਕ ਡੈਸੀਮਲ ਨੰਬਰ ਜਿਹੜਾ ਉਹ ਬਣਦਾ ਇਹਨਾਂ ਦੇ ਓਨਲੀ 0 to 9। ਇਹਦਾ ਮਤਲਬ 10 ਹੈਗੇ ਨੇ, 1 ਤੋਂ 9 ਤੱਕ ਤਾਂ 9 ਹੋ ਗਏ ਤੇ 0 ਵਿੱਚ ਪਲੱਸ ਕਰ ਦਾਂਗੇ 10 ਹੋ ਜਾਂਦੇ ਟੋਟਲ। ਸੋ ਇਹਦੇ ਵਿੱਚ ਕੀ ਕਰਾਂਗੇ ਅਸੀਂ, ਜਦੋਂ 10 ਹੋ ਜਾਂਦੇ ਆ ਤੇ ਇਹਨਾਂ ਨੰਬਰਸ ਨੂੰ ਅਸੀਂ ਦੇਖੋ ਜਿਵੇਂ ਯੂਜ਼ ਕਰ ਲੈਂਦੇ ਆ, ਕੋਈ ਨੰਬਰ ਯੂਜ਼ ਕਰ ਲੇ, ਇੱਕ ਲੈ ਲਿਆ ਮੈਂ 3, ਇੱਕ ਲੈ ਲਿਆ 2, ਇਹ ਸਾਡਾ ਡੈਸੀਮਲ ਨੰਬਰ ਬਣ ਗਿਆ 32। 32 ਕੀ ਇੱਕ ਡੈਸੀਮਲ ਨੰਬਰ ਹੈ। ਜੇ ਅਸੀਂ ਸਿੰਗਲ ਡਿਜਿਟ ਵੀ ਲੈ ਲਾਂਗੇ, ਫॉर एग्जांपल 2 ਲੈ ਰਹੇ ਹਾਂ ਤੇ 2 ਇਜ਼ ਆਲਸੋ ਏ ਡੈਸੀਮਲ ਨੰਬਰ। 2 ਵੀ ਇੱਕ ਕੀ ਇੱਕ ਡੈਸੀਮਲ ਨੰਬਰ ਹੈ ਸਾਡਾ। ਕੋਈ ਵੀ ਡੈਸੀਮਲ ਨੰਬਰ ਹੈ ਸਾਡਾ ਇਹਨਾਂ ਡਿਜਿਟਸ ਨੂੰ ਯੂਜ਼ ਕਰਕੇ ਹੀ ਬਣਨਾ, ਚਾਹੇ ਉਹ ਡਿਜਿਟ ਨੰਬਰ ਜਿਹੜਾ ਉਹ 4 ਡਿਜਿਟ ਦਾ ਬਣ ਜੇ, 5 ਡਿਜਿਟ ਦਾ ਬਣ ਜੇ, ਜਾਂ 6 ਦਾ ਬਣ ਜੇ, ਜਾਂ ਉਸ ਤੋਂ ਵੀ ਜ਼ਿਆਦਾ ਦਾ ਬਣ ਜੇ, ਤਾਂ ਉਹ ਇੱਕ ਡੈਸੀਮਲ ਨੰਬਰ ਸਿਸਟਮ ਜਿਹੜਾ ਉਹ ਇਸ ਤਰ੍ਹਾਂ ਦਾ ਬਣਦਾ ਜੋ ਅਸੀਂ ਆਮ ਡੇਲੀ ਰੂਟੀਨ 'ਚ ਅਸੀਂ ਲਿਖਦੇ ਵੀ ਹਾਂ, ਬੋਲਦੇ ਵੀ ਹਾਂ ਤੇ ਇਹਨੂੰ ਯੂਜ਼ ਕਰਦੇ ਹਾਂ। ਦਿਸ ਮੀਨਸ ਡੈਸੀਮਲ ਨੰਬਰ ਸਿਸਟਮ ਦਾ ਜਿਹੜਾ ਬੇਸ ਆ ਉਹ ਕਿੰਨਾ ਹੋਏਗਾ 10। ਡੈਸੀਮਲ ਨੰਬਰ ਸਿਸਟਮ ਇਜ਼ ਆਲਸੋ ਏ ਪੋਜੀਸ਼ਨਲ ਵੈਲਿਊ। ਇਹਦੀ ਇੱਕ ਪੋਜੀਸ਼ਨਲ ਵੈਲਿਊ ਵੀ ਇਹਦੀ ਹੁੰਦੀ ਹੈ ਕਿ ਇਹਦਾ ਮਤਲਬ ਕੀ ਹੈ ਕਿ ਇਹਦੀ ਜਿਹੜੀ ਡਿਜਿਟ ਦੀ ਵੈਲਿਊ ਆ ਉਹ ਇਹਦੀ ਪੋਜੀਸ਼ਨ ਤੇ ਹੀ ਡਿਪੈਂਡ ਕਰਦੀ ਹੈ, ਜੋ ਕਿ ਅਸੀਂ ਨੈਕਸਟ ਐਗਜ਼ਾਮਪਲ ਨੂੰ ਦੇਖ ਕੇ ਅੰਡਰਸਟੈਂਡ ਕਰਦੇ ਹਾਂ ਕਿ ਡੈਸੀਮਲ ਨੰਬਰ ਸਿਸਟਮ ਦੇ ਵਿੱਚ ਮੰਨ ਲਓ ਵੀ ਹੈਵ 3 ਨੰਬਰ, ਸਾਡੇ ਕੋਲ 3 ਨੰਬਰਸ ਨੇ। ਇੱਕ ਨੰਬਰ ਇਹ ਵਾਲਾ ਲੈ ਲਿਆ, ਸੈਕਿੰਡ ਨੰਬਰ ਇਹ ਵਾਲਾ ਲੈ ਲਿਆ, ਔਰ ਥਰਡ ਨੰਬਰ ਇਹ ਵਾਲਾ ਲੈ ਲਿਆ। ਇਹਨਾਂ ਤਿੰਨਾਂ ਨੰਬਰਾਂ ਦੇ ਵਿੱਚ ਦੇਖੋ, ਇਹਨਾਂ ਤਿੰਨਾਂ ਨੰਬਰਾਂ ਦੇ ਵਿੱਚ 7 ਸ਼ੋ ਕੀਤਾ ਹੋਇਆ ਤੇ 7 ਦੀ ਵੈਲਿਊ ਹਰੇਕ ਨੰਬਰ ਦੇ ਵਿੱਚ ਅਲੱਗ-ਅਲੱਗ ਹੈਗੀ ਆ। ਇੱਥੇ 7 ਦੀ ਵੈਲਿਊ ਕਿੰਨੀ ਹੈਗੀ ਆ, ਜੇ 7 ਦੀ ਅਸੀਂ ਪੋਜੀਸ਼ਨਲ ਵੈਲਿਊ ਦੇਖੀਏ ਜਾਂ ਪਲੇਸ ਵੈਲਿਊ, 7 ਦੀ ਜਿਹੜੀ ਪਲੇਸ ਵੈਲਿਊ ਉਹ ਕਿੰਨੀ ਹੋਏਗੀ 700। 7 ਔਰ ਜਿੰਨੇ ਅੱਗੇ ਡਿਜਿਟ ਹੁੰਦੇ ਆ ਉਹਨੇ ਜ਼ੀਰੋਜ਼ ਪਾਣੇ, 700। ਇੱਥੇ 7 ਦੀ ਕਿੰਨੀ ਹੋਏਗੀ 70, ਮਤਲਬ 70। ਇੱਥੇ 7 ਦੀ ਪਲੇਸ ਵੈਲਿਊ ਕਿੰਨੀ ਹੋਏਗੀ 7। ਸੋ ਇਸ ਤਰ੍ਹਾਂ ਨਾਲ 7 ਦੀ ਤਿੰਨਾਂ ਨੰਬਰਾਂ ਦੇ ਵਿੱਚ ਜਿਹੜੀ ਵੈਲਿਊ ਆ ਉਹ ਅਲੱਗ-ਅਲੱਗ ਹੈਗੀ ਆ। ਫੈਨ ਲਗਾ ਦੇਣਾ। ਸੋ ਜਿਵੇਂ ਕਿ ਪਹਿਲਾ ਨੰਬਰ ਹੈ, ਇਹਦੀ ਵੈਲਿਊ ਆਫ 7, ਇੱਥੇ ਜਿਹੜੀ 7 ਦੀ ਵੈਲਿਊ ਹੈ ਆਹ ਦੇਖਾਂਗੇ, ਜਦੋਂ 7 ਦੀ ਵੈਲਿਊ ਜਿਹੜੀ ਹੈ ਉਹ ਅਸੀਂ ਇਹਨੂੰ, ਜਿਵੇਂ ਮੈਂ ਇੱਥੇ ਹੁਣੇ ਤੁਹਾਨੂੰ ਦੱਸਿਆ ਕਿ 7 ਦੀ ਵੈਲਿਊ ਜਿਹੜੀ ਅਸੀਂ ਉਹਨੂੰ ਕਿਵੇਂ ਲਿਖਾਂਗੇ 700 ਨੂੰ 700, ਔਰ 7 ਮਲਟੀਪਲਾਈ 100 ਕਿਵੇਂ ਮਰਜ਼ੀ ਲਿਖ ਲਓ, 7 ਮਲਟੀਪਲਾਈ 10 ਰੇਜ਼ ਟੂ ਪਾਵਰ ਇੱਕੋ ਹੀ ਮਤਲਬ ਹੈ। ਸੋ ਸਿਮਿਲਰਲੀ 971 ਦੀ ਵੈਲਿਊ, ਇਹਦੇ ਚ 7 ਦੀ ਵੈਲਿਊ ਕਿੰਨੀ ਆ ਜਾਏਗੀ 70। 7 ਦੀ ਵੈਲਿਊ ਚ ਕਿੰਨੀ ਆ ਜਾਏਗੀ 70, ਕਿਉਂਕਿ 7 ਅੱਗੇ ਕਿੰਨਾ ਡਿਜਿਟ ਹੈ, ਇੱਕ ਡਿਜਿਟ ਹੈ। ਸੋ ਇੱਕ 0 ਅੱਗੇ ਲਗਾ ਦਾਂਗੇ, ਇਹ 7 ਟੈਨਸ ਹੁੰਦੇ ਆ। ਕਿੰਨੇ ਇਹਦੇ ਚ ਟੈਨਸ ਹੁੰਦੇ 7 ਟੈਨਸ ਹੁੰਦੇ ਆ। ਇਹ ਚ ਕਿੰਨੇ 100 ਹੁੰਦੇ ਆ, ਜਿਹੜਾ ਪਹਿਲਾਂ ਸੀਗਾ ਇਹ ਚ 100 ਆ 1s ਆ 10s ਆ 100 ਹੁੰਦਾ ਸਾਡਾ। ਇਹ 100 ਕਿੰਨੇ 100s ਹੈਗੇ 700s ਹੈਗੇ ਆ। ਇਹ ਚ 7 ਦੀ ਵੈਲਿਊ ਕਿੰਨੀ ਹੈਗੀ ਆ 7 10s, ਮਤਲਬ 7 10s ਦਾ ਮਤਲਬ 70। ਸੋ ਨੈਕਸਟ ਜਿਹੜਾ ਥਰਡ ਨੰਬਰ ਹੈ 207, ਇਹਦੀ 7 ਦੀ ਵੈਲਿਊ ਕਿੰਨੀ ਹੈ, ਇਹਦੇ ਵਿੱਚ 7 ਦੀ ਵੈਲਿਊ 7 ਹੀ ਹੈ। 7 ਦੀ ਵੈਲਿਊ ਕੀ ਹੈਗੀ ਹੈ 7। So the weightage of each position can be represented as follow, ਕਿ ਇਹਨੂੰ ਅਸੀਂ ਇਸ ਤਰ੍ਹਾਂ ਨਾਲ ਰਿਪਰੈਜ਼ੈਂਟ ਕਰਦੇ ਹਾਂ 10 raised to power 0, 10 raised to power 1, 10 raised to power 2, 10 raised to power 3 and so on। ਬਾਈਨਰੀ ਨੰਬਰ ਸਿਸਟਮ ਕੀ ਹੈ? ਜਿਹੜੇ ਬਾਈਨਰੀ ਨੰਬਰ ਸਿਸਟਮ ਹੈ ਇਹ ਪਹਿਲਾਂ ਵੀ ਮੈਂ ਕਈ ਲੈਕਚਰਸ ਲਏ ਆ ਡਿਜੀਟਲ ਇਲੈਕਟ੍ਰੋਨਿਕਸ ਤੇ ਉਹਦੇ ਬਾਰੇ ਤੁਹਾਨੂੰ ਚੰਗੀ ਤਰ੍ਹਾਂ ਦੱਸਿਆ ਹੋਇਆ ਕਿ ਬਾਈਨਰੀ ਨੰਬਰ ਸਿਸਟਮ ਕੀ ਹੁੰਦੇ ਆ। ਕਿ ਸਾਨੂੰ ਪਤਾ ਹੈ ਕਿ ਸਾਡਾ ਜਿਹੜਾ ਕੰਪਿਊਟਰ ਹੈ ਉਹ ਓਨਲੀ ਇੱਕੋ ਹੀ ਲੈਂਗੁਏਜ ਨੂੰ ਅੰਡਰਸਟੈਂਡ ਕਰਦਾ, ਉਹ ਹੈਗੀ ਆ
ਬਾਈਨਰੀ ਲੈਂਗੁਏਜ ਨੂੰ, ਬਾਈਨਰੀ ਨੰਬਰ ਸਿਸਟਮ ਨੂੰ ਹੀ ਅੰਡਰਸਟੈਂਡ ਕਰਦਾ ਹੈ, ਹੋਰ ਕਿਸੇ ਵੀ ਲੈਂਗੁਏਜ ਨੂੰ ਅੰਡਰਸਟੈਂਡ ਨਹੀਂ ਕਰਦਾ। ਸੋ ਕੋਈ ਵੀ ਨੰਬਰ ਹੈ ਉਹਨੂੰ ਅਸੀਂ ਹਮੇਸ਼ਾ ਹੀ, ਜਿਹੜਾ ਕੰਪਿਊਟਰ ਆ, ਅਸੀਂ ਚਾਹੇ ਆਪਣੇ ਕੀਬੋਰਡ ਤੋਂ ਕੁਝ ਵੀ ਪ੍ਰੈਸ ਕਰਦੇ ਹਾਂ ਤੇ ਉਹ ਹਮੇਸ਼ਾ ਹੀ ਉਹ ਕਾਹਦੇ ਵਿੱਚ ਮੁੜ ਕੇ ਕਨਵਰਟ ਹੋ ਕੇ ਜਾਂਦਾ, ਬਾਈਨਰੀ ਦੇ ਵਿੱਚ ਜਿਹੜਾ ਉਹ ਕਨਵਰਟ ਹੋ ਜਾਂਦਾ। ਬਾਈਨਰੀ ਵਿੱਚ ਕਨਵਰਟ ਹੋ ਕੇ ਤੇ ਕੰਪਿਊਟਰ ਜਿਹੜਾ ਉਸਨੂੰ ਅੰਡਰਸਟੈਂਡ ਕਰਦਾ। ਸੋ ਬਾਈਨਰੀ ਜਿਹੜੇ ਨੰਬਰਸ ਹੈ ਉਹ ਓਨਲੀ 0 ਐਂਡ 1 ਹੁੰਦੇ ਆ। ਇਟ ਹੈਜ਼ ਰੈਡਿਕਸ ਆਰ ਬੇਸ 2, ਇਹਦਾ ਜਿਹੜਾ ਬੇਸ ਆ ਉਹ ਕਿੰਨਾ ਹੁੰਦਾ 2। ਮਲਟੀਪਲ ਚੋਇਸ ਕੁਐਸਚਨਸ ਵਿੱਚ ਆਏਗਾ ਕਿ ਬਾਈਨਰੀ ਨੰਬਰ ਸਿਸਟਮ ਦਾ ਜਿਹੜਾ ਬੇਸ ਆ ਉਹ ਕੀ ਹੁੰਦਾ ਜਾਂ ਰੈਡਿਕਸ ਕਿੰਨਾ ਹੁੰਦਾ, 2 ਹੁੰਦਾ ਹੈ। ਇਹਦੇ ਚ 2 ਡਿਜਿਟ ਅਸੀਂ ਯੂਜ਼ ਕਰਦੇ ਹਾਂ ਓਨਲੀ, ਕਿਉਂਕਿ ਬੇਸ 2 ਹੈ, ਇਹਦਾ 2 ਬੇਸ ਹੈਗਾ, ਇਹਦਾ ਮਤਲਬ 2 ਹੀ ਡਿਜਿਟ ਯੂਜ਼ ਕਰਾਂਗੇ। ਜਿੰਨਾ ਬੇਸ ਹੋਏਗਾ ਜਾਂ ਰੈਡਿਕਸ ਹੋਏਗਾ ਉਨੇ ਹੀ ਡਿਜਿਟ ਇਹਦੇ ਵਿੱਚ ਯੂਜ਼ ਕੀਤੇ ਜਾਂਦੇ ਆ। 2 ਡਿਜਿਟ ਅਸੀਂ ਯੂਜ਼ ਕਰਾਂਗੇ ਜਿਹੜੇ 0 ਐਂਡ 1। ਇਹ 0 ਤੇ 1 ਜਿਹੜੇ ਆ ਇਹ ਬਾਈਨਰੀ ਨੰਬਰ ਹੈਗੇ ਆ, ਇਹਨਾਂ ਨੰਬਰਾਂ ਨੂੰ ਹੀ ਕੰਪਿਊਟਰ ਜਿਹੜਾ ਉਹ ਅੰਡਰਸਟੈਂਡ ਕਰਦਾ ਹੈ। 0 ਦਾ ਮਤਲਬ ਅਸੀਂ ਬਾਈਨਰੀ ਸਿਸਟਮ ਦੇ ਵਿੱਚ ਇਹ ਲੈ ਕੇ ਚੱਲਦੇ ਹਾਂ ਕਿ 0 ਮੀਨਸ no voltage and 1 means presence of voltage, ਕਿ voltage ਹੈਗੀ ਹੈ। ਸੋ ਬਾਈਨਰੀ ਨੰਬਰ ਸਿਸਟਮ ਦੇ ਵਿੱਚ ਅਸੀਂ ਹੁਣ ਇਹ ਕਹਿ ਸਕਦੇ ਹਾਂ ਕਿ ਇਹਦੇ ਵਿੱਚ 2 ਡਿਜਿਟ ਹੈਗੇ ਆ। ਕਿਹੜੇ ਨੇ 2 ਡਿਜਿਟ? 0 ਐਂਡ 1। ਇਹਨਾਂ ਨੂੰ ਅਸੀਂ ਕੀ ਕਹਿੰਦੇ ਆ? ਬਾਈਨਰੀ ਨੰਬਰ ਸਿਸਟਮ। ਸੋ 2 ਡਿਜਿਟ ਹੁੰਦੇ ਇਹਦੇ ਚ 0 ਐਂਡ 1। ਬਾਈਨਰੀ ਨੰਬਰ ਸਿਸਟਮ ਇਜ਼ ਆਲਸੋ ਹੈਵ ਪੋਜੀਸ਼ਨਲ ਵੈਲਿਊ ਸਿਸਟਮ, ਜਿਹਨੂੰ ਕਿ ਅਸੀਂ ਪਾਵਰ 2 ਨਾਲ ਅਸੀਂ ਜਿਹੜਾ ਐਕਸਪ੍ਰੈਸ ਕਰਦੇ ਹਾਂ, ਜਿਵੇਂ 2 ਦਾ ਰੇਜ਼ ਟੂ ਪਾਵਰ 0, 2 ਰੇਜ਼ ਟੂ ਪਾਵਰ 1, 2 ਰੇਜ਼ ਟੂ ਪਾਵਰ 2, ਕਿਉਂਕਿ ਇਹਦਾ ਬੇਸ ਕਿੰਨਾ ਹੈਗਾ 2। ਬੇਸ ਇਹਦਾ ਕਿੰਨਾ 2 ਹੈਗਾ। ਸੋ ਇਹਨੂੰ ਜਦੋਂ ਅਸੀਂ ਐਕਸਪ੍ਰੈਸ ਕਰਨਾ ਤੇ ਇਸ ਤਰ੍ਹਾਂ ਨਾਲ ਕਰਾਂਗੇ 2 ਰੇਜ਼ ਟੂ ਪਾਵਰ 0, 2 ਰੇਜ਼ ਟੂ ਪਾਵਰ 1, 2 ਰੇਜ਼ ਟੂ ਪਾਵਰ 2, 2 ਰੇਜ਼ ਟੂ ਪਾਵਰ 3 ਐਂਡ ਸੋ ਔਨ। ਔਰ ਜਿਸ ਤਰ੍ਹਾਂ ਕਿ ਆ ਇੱਕ ਬਾਈਨਰੀ ਨੰਬਰ ਸਿਸਟਮ ਆ ਸਾਡੇ ਕੋਲ, ਇਹ ਬਾਈਨਰੀ ਨੰਬਰ ਹੈ ਇੱਕ, ਇਹ ਵਾਲਾ ਇੱਕ ਬਾਈਨਰੀ ਨੰਬਰ ਹੈ। ਬਾਈਨਰੀ ਨੰਬਰ ਦੇਖੋ 1 1 0 1 0। ਇਹਦੇ ਵਿੱਚ ਲੀਸਟ ਸਿਗਨੀਫੀਕੈਂਟ ਬਿਟ ਔਰ ਮੋਸਟ ਸਿਗਨੀਫੀਕੈਂਟ ਬਿਟ ਦਾ ਸਾਨੂੰ ਪਤਾ ਹੋਣਾ ਚਾਹੀਦਾ। ਪੇਪਰ 'ਚ ਆ ਸਕਦਾ ਕੁਐਸਚਨ ਕਿ ਲੀਸਟ ਸਿਗਨੀਫੀਕੈਂਟ ਬਿਟ ਕਿਹੜੀ ਹੁੰਦੀ ਆ। ਲੀਸਟ ਸਿਗਨੀਫੀਕੈਂਟ ਬਿਟ ਹੁੰਦੀ ਹੈ ਜਿਹੜਾ ਰਾਈਟ ਮੋਸਟ ਡਿਜਿਟ ਹੁੰਦਾ। ਰਾਈਟ ਮੋਸਟ ਡਿਜਿਟ ਕਿਹੜਾ? ਸਾਡਾ ਇਹ ਵਾਲਾ, ਇਹ ਸਾਡੀ ਲੀਸਟ ਸਿਗਨੀਫੀਕੈਂਟ ਬਿਟ ਹੈ, LSB ਨੂੰ ਸ਼ਾਰਟਲੀ ਕਹਿ ਲਾਂਗੇ। ਲੀਸਟ ਸਿਗਨੀਫੀਕੈਂਟ ਬਿਟ ਕਿਹੜੀ ਹੁੰਦੀ? ਜਿਹੜੀ ਰਾਈਟ ਸਾਈਡ ਤੇ ਹੁੰਦੀ ਹੈ। ਜਿਹੜੀ ਲੈਫਟ ਸਾਈਡ ਹੁੰਦੀ ਹੈ ਉਹ ਸਾਡੀ ਕੀ ਹੁੰਦੀ ਹੈ? MSB, ਮਤਲਬ ਮੋਸਟ ਸਿਗਨੀਫੀਕੈਂਟ ਬਿਟ। ਸੋ ਪੇਪਰ ਦੇ ਵਿੱਚ ਇੱਕ ਕੁਐਸਚਨ ਇਹ ਬਣਦਾ ਹੈਗਾ MCQ ਦੇ ਵਿੱਚ ਕਿ ਜਿਹੜਾ ਨੰਬਰ ਸਿਸਟਮ ਦੇ ਵਿੱਚ ਜਾਂ ਜਿਹੜੀ ਆ LSB ਜਾਂ ਲੀਸਟ ਸਿਗਨੀਫੀਕੈਂਟ ਬਿਟ ਹੈ ਉਹ ਕਿਹੜੀ ਹੁੰਦੀ ਆ? ਤਾਂ ਅਸੀਂ ਕਵਾਂਗੇ ਕਿ ਜਿਹੜੀ ਰਾਈਟ ਮੋਸਟ ਹੈ। ਠੀਕ ਹੈ, ਰਾਈਟ ਮੋਸਟ ਮੀਨਸ ਜਿਹੜੀ ਬਿਲਕੁਲ ਰਾਈਟ ਸਾਈਡ ਤੇ ਹੈ, ਉਹ ਹੈਗੀ ਹੈ ਲੀਸਟ ਸਿਗਨੀਫੀਕੈਂਟ ਬਿਟ ਹੈ। ਸੋ ਮੋਸਟ ਸਿਗਨੀਫੀਕੈਂਟ ਬਿਟ ਕਿਹੜੀ ਹੈ? ਸਾਡੀ ਜਿਹੜੀ ਲੈਫਟ ਸਾਈਡ ਤੇ ਆ। ਇਹਦਾ ਮਤਲਬ ਇੱਥੇ ਮੋਸਟ ਸਿਗਨੀਫੀਕੈਂਟ ਬਿਟ ਹੈਗੀ 1 ਤੇ ਲੀਸਟ ਸਿਗਨੀਫੀਕੈਂਟ ਬਿਟ ਹੈਗੀ ਆ 0। ਇਹਦਾ ਬਿਲਕੁਲ ਪਤਾ ਹੋਣਾ ਚਾਹੀਦਾ ਜਦੋਂ ਵੀ ਅਸੀਂ ਇਹਨੂੰ ਕਰਨਾ ਸ਼ੁਰੂ ਤੇ ਲੀਸਟ ਸਿਗਨੀਫੀਕੈਂਟ ਬਿਟ ਤੋਂ ਹੀ ਇਹਨੂੰ ਨੰਬਰ ਸਿਸਟਮ ਨੂੰ ਅਸੀਂ ਰੀਡ ਕਰਨਾ ਹੈ। ਲੀਸਟ ਸਿਗਨੀਫੀਕੈਂਟ ਤੋਂ, ਇਸ ਸਾਈਡ ਤੋਂ ਰੀਡ ਕਰਨਾ ਹੈ ਅਸੀਂ ਲੀਸਟ ਤੋਂ। ਅੱਗੇ ਆਕਟਲ ਨੰਬਰ ਸਿਸਟਮ। ਆਕਟਲ ਨੰਬਰ ਸਿਸਟਮ ਕੀ ਹੁੰਦੇ? ਆਕਟਲ ਨੰਬਰ ਸਿਸਟਮ ਜਿਹੜੇ ਆ ਇਹਦਾ ਬੇਸ ਹੁੰਦਾ 8, ਕਿਉਂਕਿ ਇਹਦੇ ਵਿੱਚ ਅਸੀਂ 8 ਡਿਜਿਟ ਹੀ ਯੂਜ਼ ਕਰਦੇ ਹਾਂ 0 ਤੋਂ ਲੈ ਕੇ 7 ਤੱਕ। ਇਹਦਾ ਬੇਸ ਕਿੰਨਾ ਹੁੰਦਾ ਜਾਂ ਰੈਡਿਕਸ ਕਿੰਨਾ ਹੁੰਦਾ? 8। ਹੁਣ ਕੁਐਸਚਨ ਇਹ ਬਣ ਜਾਂਦਾ ਕਿ ਆਕਟਲ ਨੰਬਰ ਸਿਸਟਮ ਦਾ ਬੇਸ ਕਿੰਨਾ ਹੁੰਦਾ? ਅਸੀਂ ਕਵਾਂਗੇ 8। ਇਹਦੇ ਚ ਡਿਜਿਟ ਕਿਹੜੇ ਯੂਜ਼ ਹੁੰਦੇ ਆ? ਅਸੀਂ ਕਹਾਂਗੇ 0 to 7। 0 to 7 ਮੀਨਸ 0 1 2 3 4 5 6 7 8 ਸੌਰੀ 7 ਤੱਕ, 5 6 ਐਂਡ 7। ਇਹਨਾਂ ਇੱਥੋਂ ਤੱਕ ਹੋਣਗੇ ਸਾਡੇ। ਇਹ ਕਿੰਨੇ ਹੋ ਗਏ? 8 ਡਿਜਿਟ ਹੋ ਗਏ। ਅਸੀਂ ਇਹਨਾਂ ਡਿਜਿਟਸ ਨੂੰ ਹੀ ਯੂਜ਼ ਕਰਕੇ ਇੱਕ ਸਾਡਾ ਜਿਹੜਾ ਉਹ ਆਕਟਲ ਨੰਬਰ ਬਣਦਾ, ਜਿਵੇਂ 4 7 5। ਇਹ ਸਾਡਾ ਕੀ ਹੈ? ਇੱਕ ਆਕਟਲ ਨੰਬਰ ਹੈ। ਬਟ ਜੇ ਅਸੀਂ ਕਿਸੇ ਤਰ੍ਹਾਂ ਜੇ ਇਹ ਵਾਲਾ ਨੰਬਰ ਆ ਜਾਏ ਸਾਡੇ ਕੋਲ, ਫੋਰ ਐਗਜ਼ਾਮਪਲ 4 7 9 ਆ ਜਾਏ ਜਾਂ 8 ਆ ਜਾਏ,
ਤਾਂ ਇਹ ਸਾਡਾ ਆਕਟਲ ਨੰਬਰ ਨਹੀਂ ਹੈਗਾ ਫਿਰ, ਕਿਉਂਕਿ ਆਕਟਲ ਨੰਬਰ ਦੇ ਵਿੱਚ 8 ਨਹੀਂ ਹੁੰਦਾ। ਆਕਟਲ ਨੰਬਰ ਓਨਲੀ 7 ਤੱਕ ਹੁੰਦੇ ਨੇ। ਪੇਪਰ ਦੇ ਵਿੱਚ ਕੁਐਸਚਨ ਆ ਸਕਦਾ ਕਿ ਇਸ ਤਰ੍ਹਾਂ ਦਾ ਕੋਈ ਨੰਬਰ ਦਿੱਤਾ ਹੋਏਗਾ, ਉਹ ਤੁਹਾਨੂੰ ਕਹਿ ਦੇਗਾ ਕਿ ਆਕਟਲ ਨੰਬਰ ਜਿਹੜਾ ਫਾਈਂਡ ਆਊਟ ਕਰੋ। ਤੇ ਜੇ ਤੁਹਾਨੂੰ ਏਦਾਂ 4 ਆਪਸ਼ਨਸ ਆਉਣਗੀਆਂ ਤੇ ਵਿੱਚੋਂ ਇੱਕ ਇਸ ਤਰ੍ਹਾਂ ਦਾ ਹੋਏਗਾ ਕਿ ਤੁਸੀਂ ਕਿਹਨੂੰ ਕਹੋਗੇ ਆਕਟਲ ਨੰਬਰ ਸਾਡਾ ਕਿਹੜਾ, ਇਹ ਵਾਲਾ, ਕਿਉਂਕਿ ਇਹਦੇ ਵਿੱਚ ਓਨਲੀ 7 ਤੱਕ ਹੀ ਡਿਜਿਟ ਯੂਜ਼ ਕੀਤੇ ਗਏ ਆ। ਇਸ ਤੋਂ ਉੱਪਰ ਜੇ ਡਿਜਿਟ ਯੂਜ਼ ਹੁੰਦਾ ਤਾਂ ਉਹ ਡੈਸੀਮਲ ਨੰਬਰ ਸਿਸਟਮ ਹੋ ਜਾਏਗਾ। ਉਹ ਵਾਲਾ ਕੀ ਹੋਏਗਾ, ਡੈਸੀਮਲ ਨੰਬਰ ਸਿਸਟਮ ਹੋਏਗਾ, ਕਿਉਂਕਿ ਡੈਸੀਮਲ ਨੰਬਰ ਸਿਸਟਮ ਦੇ ਵਿੱਚ ਅਸੀਂ 9 ਤੱਕ ਡਿਜਿਟ ਜਿਹੜੇ ਆ ਉਹ ਯੂਜ਼ ਕਰਦੇ ਹਾਂ। ਇਸ ਤਰ੍ਹਾਂ ਨਾਲ ਜਿਹੜੇ ਆ ਉਹ MCQ ਇਹ ਵੀ ਇੱਕ ਬਣਦਾ ਹੈ। ਹੋਰ ਆਕਟਲ ਨੰਬਰ ਨੂੰ ਅਸੀਂ ਐਕਸਪ੍ਰੈਸ ਕਰਦੇ ਹਾਂ ਪੇਪਰ ਦੇ ਵਿੱਚ ਇਸ ਤਰ੍ਹਾਂ ਵੀ ਆ ਜਾਂਦਾ ਕਿ ਆਕਟਲ ਨੰਬਰ ਜੇ ਇਸ ਫਾਰਮ ਦੇ ਵਿੱਚ ਲਿਖਿਆ, ਨਾਲ ਉਹਦਾ ਬੇਸ ਲਿਖ ਦਿੰਦੇ ਆ, ਬੇਸ 8 ਲਿਖਿਆ ਜਾਂਦਾ ਕਈ ਵਾਰੀ। ਉੱਥੋਂ ਅਸੀਂ ਇਹਨੂੰ ਕੀ ਪੜਾਂਗੇ ਕਿ ਕਿਹੜਾ ਨੰਬਰ ਸਿਸਟਮ ਸਾਡਾ, ਕਿਹੜਾ ਨੰਬਰ ਹੈ ਇਹ ਆਕਟਲ ਹੈ, ਕਿਉਂਕਿ ਬੇਸ ਇਹਦਾ 8 ਦੇ ਦਿੱਤਾ, ਬੇਸ 8 ਦੇ ਦਿੱਤਾ, ਇਸ ਲਈ ਇਹਨੂੰ ਅਸੀਂ ਕੀ ਰੀਡ ਕਰਾਂਗੇ, ਇਹ ਆਕਟਲ ਨੰਬਰ ਆ ਸਾਡਾ। ਔਰ ਇਹ ਵੀ ਅਸੀਂ ਜੇ ਦੇਖ ਰਹੇ ਹਾਂ ਕਿ ਇਸ 2 3 ਐਂਡ 7 ਡਿਜਿਟ ਹੈ, 3 ਡਿਜਿਟ ਯੂਜ਼ ਕੀਤੇ ਗਏ ਆ, 7 ਤੋਂ ਉੱਪਰ ਡਿਜਿਟ ਨਹੀਂ ਯੂਜ਼ ਕੀਤਾ ਗਿਆ। ਸੋ ਇਹ ਮਾਈਂਡ ਵਿੱਚ ਰੱਖ ਕੇ ਚੱਲਾਂਗੇ ਕਿ ਆਕਟਲ ਨੰਬਰ ਸਿਸਟਮ ਜਿਹੜਾ ਉਹ 0 ਤੋਂ ਲੈ ਕੇ 7 ਤੱਕ ਜਿਹੜੇ ਡਿਜਿਟ ਹੈ ਉਹਨਾਂ ਤੋਂ ਹੀ, ਉਹਨਾਂ ਡਿਜਿਟ ਨੂੰ ਯੂਜ਼ ਕਰਕੇ ਹੀ ਇਹ ਜਿਹੜਾ ਨੰਬਰ ਬਣਦਾ ਹੈਗਾ। So group of 3 binary digits can be used to represent each octal digit। देखो ਆ ਤਿੰਨ ਦਾ ਅਸੀਂ ਤਿੰਨ ਨੂੰ ਅਸੀਂ ਯੂਜ਼ ਕਰਕੇ, 3 ਬਾਈਨਰੀ ਡਿਜਿਟ ਨੂੰ ਅਸੀਂ ਯੂਜ਼ ਕਰਕੇ ਆਕਟਲ ਬਣਾਉਂਦੇ ਹਾਂ। ਜਿਵੇਂ ਮੰਨ ਲਓ 0 ਬਾਈਨਰੀ ਹੈ 0 0 0 1। ਅਗਲਾ ਜਿਹੜਾ ਹੈ ਨਾ ਬਾਈਨਰੀ ਅਸੀਂ ਕਿਵੇਂ ਲਿਖਦੇ ਆ, ਇਹ ਤੁਹਾਨੂੰ ਨੈਕਸਟ ਅੱਗੇ ਮੈਂ ਦੱਸਦਾ ਹਾਂ ਕਿ ਕਿਵੇਂ ਇਹਨਾਂ ਨੂੰ ਅਸੀਂ ਲਿਖਦੇ ਹਾਂ। 0 0 0 0 0 1 ਕਿਵੇਂ ਲਿਖਦੇ ਹਾਂ ਅਸੀਂ। ਸੋ ਆਕਟਲ ਦੀ ਵੈਲਿਊ ਜਿਹੜੀ 0 ਹੈ, ਫਿਰ 1 ਹੁੰਦਾ, ਫਿਰ 2 ਹੁੰਦਾ, ਫਿਰ 3 4 5 6 7। ਇਸ ਤਰ੍ਹਾਂ ਇਹਦੇ ਆਕਟਲ ਦੇ ਜਿਹੜੇ ਨੰਬਰ ਹੁੰਦੇ ਆ 0 ਤੋਂ ਲੈ ਕੇ 7 ਤੱਕ, ਜਿਵੇਂ ਹੁਣੇ ਪਿੱਛੇ ਦੱਸ ਕੇ ਹਟਿਆ। ਇਟ ਮੀਨਸ ਟੋਟਲ ਕਿੰਨੇ ਨੰਬਰ ਹੋ ਗਏ, 8। ਨੈਕਸਟ ਹੈ ਹੈਕਸਾਡੈਸੀਮਲ ਨੰਬਰ ਸਿਸਟਮ ਕੀ ਹੈ। ਹੁਣ ਦੇਖੋ ਸਾਡੇ ਕੋਲ ਡੈਸੀਮਲ ਨੰਬਰ ਸਿਸਟਮ ਵੀ ਹੋ ਗਏ ਹੁਣ ਤੱਕ। ਡੈਸੀਮਲ ਨੰਬਰ ਸਿਸਟਮ ਕੀ ਹੈ ਕਿ ਜਿਹਦਾ ਬੇਸ ਜਿਹੜਾ ਉਹ 10 ਹੁੰਦਾ ਤੇ ਇਹਦੇ ਵਿੱਚ ਜਿਹੜੇ ਅਸੀਂ ਡਿਜਿਟ ਹੈ ਉਹ 0 ਤੋਂ ਲੈ ਕੇ 9 ਤੱਕ ਯੂਜ਼ ਕਰਦੇ ਹਾਂ। ਉਸ ਤੋਂ ਬਾਅਦ ਅਸੀਂ ਕੀਤਾ ਸੀ ਬਾਈਨਰੀ ਨੰਬਰ ਸਿਸਟਮ। ਬਾਈਨਰੀ ਨੰਬਰ ਸਿਸਟਮ ਦੇ ਵਿੱਚ ਅਸੀਂ ਓਨਲੀ 2 ਡਿਜਿਟ ਯੂਜ਼ ਕਰਦੇ ਹਾਂ। ਉਹ 2 ਡਿਜਿਟ ਕਿਹੜੇ ਸੀਗੇ, 0 ਐਂਡ 1। ਥਰਡ ਕੀਤਾ ਅਸੀਂ ਆਕਟਲ ਨੰਬਰ। ਆਕਟਲ ਨੰਬਰ ਦੇ ਵਿੱਚ ਜਿਹੜੇ ਡਿਜਿਟ ਹੈ ਉਹ ਅਸੀਂ ਯੂਜ਼ ਕਰਦੇ ਹਾਂ 0 ਤੋਂ ਲੈ ਕੇ 7 ਤੱਕ। ਤੇ ਹੁਣ ਆਕਟਲ ਦਾ ਜਿਹੜਾ ਬੇਸ ਹੁੰਦਾ ਉਹ ਹੁੰਦਾ, ਆਕਟਲ ਦਾ ਬੇਸ ਜਿਹੜਾ ਹੁੰਦਾ ਉਹ 8 ਹੁੰਦਾ। ਮਤਲਬ ਉਹਦੇ ਚ 8 ਜਿਹੜੇ ਆ ਉਹ ਡਿਜਿਟ ਜਿਹੜੇ ਆ ਉਹ 8 ਹੁੰਦਾ ਬੇਸ। 8 ਡਿਜਿਟ ਜਿਹੜੇ ਉਹ ਯੂਜ਼ ਕਰਦੇ ਆ। ਇਹ ਡਿਜਿਟ ਤੋਂ ਮਿਲ ਕੇ ਹੀ 0 ਤੋਂ ਲੈ ਕੇ 8 ਤੱਕ ਜਿਹੜੇ ਡਿਜਿਟ ਹੁੰਦੇ ਆ ਉਹਨਾਂ ਡਿਜਿਟਸ ਨੂੰ ਹੀ ਯੂਜ਼ ਕਰਕੇ ਇੱਕ ਜਿਹੜਾ ਨੰਬਰ ਉਹ ਕ੍ਰੀਏਟ ਕੀਤਾ ਜਾਂਦਾ। ਹੁਣ ਅੱਗੇ ਹੈਗੇ ਹੈਕਸਾਡੈਸੀਮਲ ਨੰਬਰ ਸਿਸਟਮ। ਹੈਕਸਾਡੈਸੀਮਲ ਨੰਬਰ ਸਿਸਟਮ ਦੇ ਵਿੱਚ ਕੀ ਹੁੰਦਾ, ਇਹਦਾ ਬੇਸ ਜਿਹੜਾ ਹੁੰਦਾ ਉਹ 16 ਹੁੰਦਾ। ਇਹਦਾ ਬੇਸ ਜਿਹੜਾ ਉਹ 16 ਹੁੰਦਾ, ਬੇਸ 16। ਇਹਦੇ ਜਿਹੜੇ ਡਿਜਿਟ ਹੈ ਉਹ ਅਸੀਂ ਦੇਖੀਏ ਹੈਕਸਾਡੈਸੀਮਲ। ਇਹ ਡੈਸੀਮਲ ਨੰਬਰ ਸਿਸਟਮ ਹੈ। ਡੈਸੀਮਲ ਨੰਬਰ ਸਿਸਟਮ ਤਾਂ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ 0 ਤੋਂ ਲੈ ਕੇ ਅੱਗੇ ਦੇਖੋ 15, 0 ਤੋਂ ਲੈ ਕੇ 15 ਤੱਕ, ਅੱਗੇ ਵੀ ਜਾਏਗਾ 16 17 18 ਅਪ ਟੂ ਇਨਫਿਨਿਟੀ ਤੱਕ। ਇਹ ਦੇਖੋ ਜਿਹੜਾ ਵੀ ਕੋਈ ਨੰਬਰ ਸਿਸਟਮ ਸਾਡਾ ਡੈਸੀਮਲ ਨੰਬਰ ਸਿਸਟਮ ਬਣ ਰਿਹਾ, ਜੇ 1 0 10 ਬਣਿਆ ਤਾਂ ਆਹ ਕਿਹਨਾਂ ਨੂੰ 0 ਤੋਂ ਲੈ ਕੇ 9 ਤੱਕ ਜਿਹੜੇ ਡਿਜਿਟ ਸੀ ਉਹਨਾਂ ਨੂੰ ਲੈ ਕੇ ਬਣਨਾ ਹੈ। 0 ਤੋਂ ਲੈ ਕੇ ਜਿਹੜੇ 9 ਤੱਕ ਡਿਜਿਟ ਉਹਨਾਂ ਨੂੰ ਲੈ ਕੇ, ਉਹ 1 0 ਜਿਹੜਾ ਇਹਨਾਂ ਦੇ ਵਿੱਚ ਹੀ ਆ ਰਿਹਾ 0 to 9 ਦੇ ਵਿੱਚ ਹੀ, ਅੱਗੇ 1 1 11 ਇਹਨਾਂ ਦੇ ਵਿੱਚ ਹੀ ਯੂਜ਼ ਹੋ ਰਿਹਾ। ਸੋ ਇਹ ਜਿਹੜੇ ਆ ਇਹ ਜਿਹੜੇ ਡੈਸੀਮਲ ਨੰਬਰ ਸਿਸਟਮ ਹੈ ਇਹ ਇਹਦਾ 15 ਤੱਕ ਲਿਆ ਅਸੀਂ। ਮਤਲਬ ਟੋਟਲ ਕਿੰਨੇ ਹੋ ਗਏ, 16 ਹੋ ਗਏ। 0 ਵਿੱਚ ਕਾਊਂਟ ਕਰਾਂਗੇ 16 ਹੋ ਗਏ। ਜਿਹੜਾ ਹੈਕਸਾਡੈਸੀਮਲ ਨੰਬਰ ਹੈ ਉਹਦਾ ਹੈਕਸਾ ਕੀ ਹੋਏਗਾ, 0 ਤੋਂ ਲੈ ਕੇ ਅਸੀਂ 9 ਤੱਕ ਤਾਂ ਲਿਖਾਂਗੇ। ਅੱਗੇ ਜਿਹੜੇ ਆ ਕਿਉਂਕਿ ਹੈਕਸਾ ਦੇ ਵਿੱਚ ਅਗਲੇ ਜਿਹੜੇ ਆ ਉਹ ਅਸੀਂ ਲੈਟਰ ਜਾਂ ਕਰੈਕਟਰ ਦੇ ਵਿੱਚ ਲਿਖਦੇ ਹਾਂ। ਕਿਵੇਂ ਲੈਟਰ ਕਿਹੜੇ ਯੂਜ਼ ਕਰਦੇ ਆ, ਜਿਵੇਂ 10 ਲਈ ਅਸੀਂ ਕੀ ਕਰਨਾ, A ਯੂਜ਼ ਕਰਨਾ। 11 ਲਈ ਕੀ ਯੂਜ਼ ਕਰਾਂਗੇ, B। 12 ਨੂੰ ਕਦ ਨਾਲ ਡਿਨੋਟ ਕਰਦੇ ਆ, C ਨਾਲ। ਔਰ 13 ਨੂੰ T ਨਾਲ, 14 ਨੂੰ E ਨਾਲ ਤੇ 15 ਨੂੰ F ਨਾਲ। ਮਤਲਬ ਇੱਥੇ 10 ਜਿਹੜੇ ਡਿਜਿਟ ਹੈ ਉਹ ਤਾਂ 0 ਤੋਂ 9 ਤੱਕ ਹੋ ਗਏ ਤੇ ਬਾਕੀ ਦੇ 6 ਜਿਹੜੇ ਉਹ ਸੀ A B C D E F ਤੱਕ ਲੈ ਲਾਂਗੇ। 6 ਸਾਡੇ ਕੋਲ ਇਹ ਵਾਲੇ ਲੈਟਰ ਯੂਜ਼ ਹੁੰਦੇ ਆ ਹੈਕਸਾਡੈਸੀਮਲ ਨੰਬਰ ਸਿਸਟਮ ਦੇ ਵਿੱਚ। ਸੋ
group of 4 bits represent each hexadecimal digits। ਸੋ ਹੁਣ ਇੱਕ ਆਹ ਟੇਬਲ ਤੁਹਾਨੂੰ ਇੱਕ ਬਣਾਉਣਾ ਮੈਂ ਦੱਸਣਾ ਚਾਹੁੰਦਾ ਕਿ ਇਹ ਕਿਵੇਂ ਬਣਦਾ। ਦੇਖੋ ਬਾਈਨਰੀ ਨੰਬਰ ਦੇ ਵਿੱਚ ਸਾਡੇ ਕੋਲ ਕੀ ਹੈ ਕਿ 8 ਡਿਜਿਟ ਹੁੰਦੇ ਆ ਇਹਦੇ ਵਿੱਚ 0 ਤੋਂ ਲੈ ਕੇ 7 ਤੱਕ 0 ਤੋਂ ਲੈ ਕੇ 7 ਤੱਕ 8 ਡਿਜਿਟ ਹੁੰਦੇ ਆ। ਇਹਦਾ ਜਦੋਂ ਅਸੀਂ ਬਾਈਨਰੀ ਬਣਾਉਣਾ ਹੈ ਤਾਂ ਇਹ ਕਿਵੇਂ ਬਣੇਗਾ। ਸਾਡੇ ਕੋਲ ਇਹਦਾ ਜਿਹੜਾ ਬੇਸ ਹੈ ਉਹ ਕਿੰਨਾ ਹੁੰਦਾ 8 ਹੁੰਦਾ। ਇਹਨੂੰ ਅਸੀਂ ਇਹਦਾ ਮਤਲਬ 8 ਬਣਾਉਣ ਲਈ ਅਸੀਂ ਕੀ ਕਰਾਂਗੇ 8 ਲਈ ਸਾਡੇ ਕੋਲ ਇੱਥੇ ਕਿੰਨੇ ਆਣੇ ਚਾਹੀਦੇ ਆ ਦੇਖਾਂਗੇ ਤੇ ਅਸੀਂ ਸਾਡੇ ਕੋਲ ਇਹ ਵਾਲੇ ਬਾਈਨਰੀ 'ਚ ਇਹ ਵਾਲਾ ਬਾਈਨਰੀ ਵਿੱਚ ਕਨਵਰਟ ਕੀਤਾ ਹੋਇਆ ਬਾਈਨਰੀ 'ਚ ਲਿਖਿਆ। ਬਾਈਨਰੀ 'ਚ ਲਿਖਣਾ ਤੁਹਾਨੂੰ ਇੱਕ ਵਾਰੀ ਇਹ ਜਿਹੜਾ ਟੇਬਲ ਜਿਹਾ ਇਹ ਆਉਣਾ ਚਾਹੀਦਾ ਜ਼ਰੂਰ। ਜੇ ਇਹ ਆਏਗਾ ਤੇ ਨੈਕਸਟ ਤੁਸੀਂ ਇਹਦੀਆਂ ਕਨਵਰਜ਼ਨ ਜਿਹੜੀਆਂ ਉਹ ਕਰ ਸਕਦੇ ਹੋ ਕਿਉਂਕਿ ਇਹਨੂੰ ਮਾਈਂਡ ਵਿੱਚ ਰੱਖਣਾ ਪਤਾ ਕਈ ਵਾਰੀ ਆਸਾਨ ਨਹੀਂ ਹੁੰਦਾ ਕਿ 0 ਜਿਵੇਂ ਆ ਜਾਏਗਾ 100 ਤੇ ਇਹਦੀ ਵੈਲਿਊ 4 ਹੁੰਦੀ ਹੈ। ਇਹ ਮਾਈਂਡ ਵਿੱਚ ਰੱਖਣਾ ਕਈ ਵਾਰੀ ਈਜ਼ੀ ਨਹੀਂ ਰਹਿ ਜਾਂਦਾ। ਸੋ ਸਾਨੂੰ ਇਹ ਬਣਾਉਣਾ ਆਉਣਾ ਚਾਹੀਦਾ ਕਿਵੇਂ ਹੁੰਦਾ। ਦੇਖੋ ਪਹਿਲਾਂ ਅਸੀਂ ਤਿੰਨੋਂ 0 ਲੈ ਲੈਣੇ ਆ ਪਹਿਲੇ ਤਿੰਨੋਂ 0 ਲੈ ਲੈਣੇ ਆ। ਫਿਰ ਸੈਕਿੰਡ ਦੇ ਵਿੱਚ ਕੀ ਕਰਦੇ ਆ ਇਹਦੇ ਮੈਂ ਦੋ ਤਰੀਕੇ ਦੱਸਦਾ ਤੁਹਾਨੂੰ। ਇੱਕ ਤਾਂ ਦੱਸ ਰਿਹਾ ਕਿ ਪਹਿਲੇ ਤਿੰਨੋਂ 0 ਲੈ ਲੈ। ਸੈਕਿੰਡ ਅੱਗੇ ਕਰਾਂਗੇ 1 ਐਡ ਕਰਦੇ ਜਾਣਾ। ਇਹਦੇ 'ਚ ਅਸੀਂ 1 ਐਡ ਕਰਾਂਗੇ ਤੇ 1 ਆ ਗਿਆ ਇੱਥੇ। ਇਹਦੇ ਵਿੱਚ ਫਿਰ ਜਦੋਂ 1 ਐਡ ਕਰਾਂਗੇ ਇੱਥੇ 1 ਐਡ ਕਰਾਂਗੇ ਤੇ ਬਾਈਨਰੀ ਨੰਬਰ ਦੇ ਵਿੱਚ 1 + 1 ਕੀ ਹੋਏਗਾ 1 + 1 ਇਹ ਕੀ ਹੁੰਦਾ ਇਹਦਾ ਸਮ ਕੀ ਆ ਜਾਂਦਾ 0 ਆ ਜਾਂਦਾ ਔਰ ਕੈਰੀ ਜਿਹੜਾ ਹੁੰਦਾ ਉਹ ਇਹਦਾ 1 ਆ ਜਾਂਦਾ। ਇਸ ਤਰ੍ਹਾਂ ਨਾਲ ਸਮ ਇੱਥੇ 0 ਆ ਗਿਆ ਤੇ ਕੈਰੀ ਇੱਥੇ 1 ਆ ਗਿਆ। ਸੋ ਜਦੋਂ ਅੱਗੇ ਫਿਰ +1 ਐਡ ਕਰਾਂਗੇ 1 ਫਿਰ ਅੱਗੇ ਐਡ ਕਰਾਂਗੇ ਇਸ ਨੰਬਰ ਦੇ ਵਿੱਚ ਤਾਂ 0 + 1 1 ਇੱਥੇ ਫਿਰ 1 ਦਾ 1 ਹੀ ਰਹਿ ਗਿਆ ਇੱਥੇ 0 ਫਿਰ ਅੱਗੇ 1 ਐਡ ਕਰਾਂਗੇ 1 + 1 0 ਅੱਗੇ ਕੈਰੀ ਸੀਗਾ 1 ਫਿਰ 1 ਇੱਥੇ ਕੈਰੀ ਆਇਆ 1 + 1 0 ਉਹ ਜਿਹੜਾ ਕੈਰੀ ਸੀਗਾ ਉਹ ਇੱਥੇ ਆ ਗਿਆ। ਸੇਮ ਵੇ ਨਾਲ ਅੱਗੇ +1 ਕਰਾਂਗੇ ਤੇ 0 + 1 1 ਅੱਗੇ 0 ਤੇ ਐਜ਼ ਇਟ ਅੱਗੇ 1 ਰਹੇਗਾ। ਫਿਰ ਅੱਗੇ 1 ਐਡ ਕਰਾਂਗੇ 1 + 1 0 ਤੇ 1 ਅੱਗੇ ਕੈਰੀ ਹੈ 0 + 1 ਮੀਨਸ 1 ਤੇ ਇੱਥੇ 1 ਦਾ 1 ਹੀ ਆ ਜਾਏਗਾ। ਇਸੇ ਤਰ੍ਹਾਂ ਹੀ ਅੱਗੇ ਇਹ ਹੈ ਕਿ 0 'ਚ ਅੱਗੇ ਇਸ ਨੰਬਰ 'ਚ ਜਦੋਂ 1 ਐਡ ਕਰਾਂਗੇ ਤਾਂ ਇਹ ਆ ਜਾਏਗਾ 1 ਇਹ 1। ਇਸ ਨੂੰ ਹੋਰ ਲਿਖਣ ਦਾ ਈਜ਼ੀ ਤਰੀਕਾ ਇੱਕ ਤੁਹਾਨੂੰ ਹੋਰ ਦੱਸ ਦਿੰਦੇ ਆ ਕਿ ਬਾਈਨਰੀ ਨੰਬਰ ਸਿਸਟਮ ਜਿੱਦਾਂ ਵੀ ਇਹ ਕੋਈ ਲਿਖਣਾ ਅਸੀਂ ਮੰਨ ਲਓ 8 ਦਾ ਹੁਣ ਆਕਟਲ ਦੇ ਵਿੱਚ 8 ਜਿਹੜੇ ਯੂਜ਼ ਹੁੰਦੇ ਆ 8 ਹੁੰਦੇ ਆ ਤੇ 8 ਨੂੰ ਲਿਖਣ ਲਈ ਕੀ ਕਰੋ ਕਿ ਪਹਿਲੇ ਕੀ ਕਰੋ 4 ਜ਼ੀਰੋਜ਼ ਲਿਖ ਲਓ। ਪਹਿਲੇ ਹੀ ਕਰੋ 4 0 ਲਿਖ ਲਓ ਜਿਵੇਂ 1 2 3 ਔਰ 4 ਪਹਿਲਾਂ 4 ਜ਼ੀਰੋਜ਼ ਲਿਖ ਲਓ ਔਰ ਬਾਕੀ 8 ਯੂਜ਼ ਹੋਣੇ ਆ ਪਹਿਲੇ 4 ਜ਼ੀਰੋਜ਼ ਲਿਖ ਲਓ ਔਰ ਬਾਕੀ ਦੇ ਜਿਹੜੇ 4 ਹੈ ਉਹ 1s ਲਿਖ ਲਓ 2 3 ਔਰ 4 ਬਾਕੀ ਦੇ ਜਿਹੜੇ 4 ਆ ਉਹ ਅਸੀਂ 1s ਲਿਖ ਲਏ। ਹੁਣ ਨੈਕਸਟ ਕੀ ਕਰਾਂਗੇ ਇਹਨਾਂ ਦਾ ਆ ਜਿਹੜੇ 4 ਸੀਗੇ ਇਹਨਾਂ ਦਾ ਹਾਫ ਕਰਕੇ ਅੱਗੇ ਲਿਖ ਦਿਓ ਅਗਲੇ 'ਚ ਜਿੱਦਾਂ 4 ਸੀਗੇ ਇਹਨਾਂ ਦਾ ਕੀ ਆ ਜਾਏਗਾ 2 ਆ ਜਾਏਗਾ ਇੱਥੇ 2 ਜ਼ੀਰੋਜ਼ ਆ ਜਾਣਗੇ ਇਹਨਾਂ ਦਾ ਹਾਫ ਕਰ ਦਿਓ ਇਹ 4 ਸੀਗੇ ਤੇ 2 1s ਆ ਜਾਣਗੇ 2 1s ਆ ਜਾਣਗੇ। ਇਸੇ ਤਰ੍ਹਾਂ ਅੱਗੇ ਰਿਪੀਟ ਕਰ ਦਾਂਗੇ ਫਿਰ ਅੱਗੇ 2 ਜ਼ੀਰੋਜ਼ ਔਰ 2 1s ਔਰ 2 1s ਇਸ ਤਰ੍ਹਾਂ ਰਿਪੀਟ ਹੋ ਜਾਣਗੇ। ਹੁਣ ਇੱਥੋਂ ਦੇਖੋ ਇਹ 2 ਜ਼ੀਰੋਜ਼ ਹੈਗੇ ਆ ਇਹਨਾਂ ਦਾ ਹਾਫ ਕਰ ਦਾਂਗੇ ਇੱਥੇ ਆ ਜਾਏਗਾ 0 ਤੇ ਇਹਨਾਂ 2 1s ਆ ਇਹਨਾਂ ਦਾ ਹਾਫ ਕਰਾਂਗੇ ਇਹ 2 1s ਆ ਇਹਨਾਂ ਦਾ 1 1 ਲੈ ਲਾਂਗੇ ਤੇ ਇੱਥੇ ਆ ਜਾਏਗਾ ਸਾਡੇ ਕੋਲ 1 ਇੱਥੇ ਆ ਜਾਏਗਾ 1 ਇਹਨਾਂ ਦਾ ਇੱਕ ਇਹਨਾਂ ਦੋਨਾਂ ਦਾ ਹਾਫ ਕਰਾਂਗੇ ਤੇ 1 1 ਆ ਜਾਏਗਾ। ਫਿਰ ਅੱਗੇ 0 1 ਫਿਰ ਅੱਗੇ ਸੇਮ ਵੇ ਨਾਲ ਇਹਨੂੰ ਅਸੀਂ ਲਿਖਦੇ ਜਾਣਾ 0 1 ਪੇਪਰ 'ਚ ਜੇ ਤੁਹਾਨੂੰ ਆਏ ਤਾਂ ਤੁਸੀਂ ਜਲਦੀ ਨਾਲ ਇਸ ਤਰ੍ਹਾਂ ਦਾ ਇੱਕ ਟੇਬਲ ਬਣਾ ਸਕਦੇ ਹੋ। ਇਸ ਤਰ੍ਹਾਂ ਨਾਲ ਤੁਹਾਡਾ 0 1 0 1 ਸੇਮ ਇਹੀ ਸਾਡਾ ਜਿਹੜਾ ਇਹ ਵਾਲਾ ਉਹ ਸੇਮ ਬਣ ਗਿਆ। ਇੱਕ ਈਜ਼ੀ ਤਰੀਕਾ ਇਹ ਹੈਗਾ। ਅੱਗੇ ਮੈਂ ਤੁਹਾਨੂੰ ਤੁਹਾਡਾ ਹੈਕਸਾਡੈਸੀਮਲ 'ਚ ਜਿੱਥੇ ਸਾਡੇ ਕੋਲ 4 ਬਾਈਨਰੀ ਡਿਜਿਟ ਯੂਜ਼ ਹੁੰਦੇ ਆ ਕਿਉਂਕਿ ਹੈਕਸਾ ਦੇ ਵਿੱਚ 16 ਹੁੰਦਾ ਇਹਦਾ ਬੇਸ ਜਦੋਂ 16 ਹੁੰਦਾ ਤੇ ਇਹਦੇ ਵਿੱਚ ਅਸੀਂ ਕਿਵੇਂ ਲਿਖਾਂਗੇ ਕਿ ਪਹਿਲੇ ਜਿਹੜੇ 4 ਹੈ ਪਹਿਲੇ 4 ਜਿਹੜੇ ਆ ਉਹ 0 ਲਿਖ ਦਾਂਗੇ ਪਹਿਲੇ 4 ਜਿਹੜੇ ਉਹ 0 ਲਿਖ ਦਾਂਗੇ ਸੌਰੀ 16 ਹੁੰਦਾ 16 ਇਹਦਾ ਹਾਫ 16 ਦਾ ਹਾਫ ਕਿੰਨਾ ਹੋ ਗਿਆ 8 8 0 ਆ ਜਾਣਗੇ ਪਹਿਲਾਂ 2 3 4 5 6 7 ਔਰ 8 ਸੇਮ ਵੇ ਨਾਲ 8 ਟਾਈਮਸ ਅਸੀਂ 1 ਲਿਖ ਦਾਂਗੇ 2 3 4 5 6
7 एंड 8। सो नैक्सट की करना, हुण इत्थे 8 0 सीगे ते 8 1 आ। हुण जिहड़े 0 8 इन्हां दे 4 अद्धे ले लांगे, 4 जिहड़े 0 लिखांगे अगे अगले कॉलम दे विच 4 0 लिखांगे, ਇਹ 4 0 हो गए, 4 0 हो गए। हुण की करांगे, आ जिहड़े 8 1 सीगे इन्हां नूं इन्हां दे 4 1 लिखांगे, 1 2 3 और 4। फिर इन्हां नूं अगे फिर रिपीट कर दांगे, आ 4 zeros आ, 4 zeros फिर अगे लिख देंगे, 1 2 3 4। अगे फिर 4 1 लिख देंगे, 1 2 3 4। हुण अगे नैक्सट कॉलम दे विच साडे कोल की हैगे, इत्थे 4 zeros हैगे आ। जे 4 zeros है तो हुण 4 zeros इन्हां दे अद्धे किन्ने हो जाणगे, 2 हो जाणगे, 2 0 लवांगे। अगे इन्हां दे अद्धे असीं लै ले 2 0। हुण अगे की है 1s, इन्हां दे 4 1s हैगे आ, इन्हां दे अद्धे किन्ने हो गए, 2 ले लांगे, 2 1s ले लांगे, 2 1s ले ले। फिर रिपीट कर देंगे इनू, फिर अगे 0 0 1 1 लिखते जावांगे, 2 0 0, फिर अगे 1 1, फिर अगे 0 0 1 1 0 0 1 एंड 1। हुण एक कॉलम साडा होर बनदा है, क्योंकि इत्थे 2 zeros है ते 2 1s आ रहे हैं। जो 2 0 तो यदि 1 0 आ जाएगी, 1 है तो यदा 1 1 आ जाएगा। फिर इनू 0 1 0 1 0 1 इस वे नाल लिखते जावांगे तो साडे कोल सेम टेबल जिहड़ा है वाला वही बन जाएगा। सो इस तरह ਨਾਲ ਅਸੀਂ ਇਹਨੂੰ ਲਿਖ ਸਕਦੇ ਹਾਂ, ਇਹ ਤੁਹਾਨੂੰ ਆਉਣਾ ਚਾਹੀਦਾ। ਸੋ ਤੁਸੀਂ ਅੱਗੇ ਇਹਨੂੰ ਕਰ ਸਕਦੇ ਹੋ ਈਜ਼ੀਲੀ, ਫਿਰ ਇਹਦੀਆਂ ਕਨਵਰਜ਼ਨ ਕਰ ਸਕਦੇ ਹੋ। ਹੁਣ ਅਸੀਂ ਕਨਵਰਜ਼ਨ ਕਰਦੇ ਹਾਂ, ਕਨਵਰਜ਼ਨ ਆਫ ਨੰਬਰਸ। ਪਹਿਲਾਂ ਅਸੀਂ ਕਰਾਂਗੇ ਬਾਈਨਰੀ ਤੋਂ ਡੈਸੀਮਲ, ਬਾਈਨਰੀ ਤੋਂ ਡੈਸੀਮਲ ਐਂਡ ਵਾਈਸ ਵਰਸਾ, ਮੀਨਸ ਬਾਈਨਰੀ ਨੂੰ ਡੈਸੀਮਲ ਦੇ ਵਿੱਚ ਕਨਵਰਟ ਕਰਾਂਗੇ ਤੇ ਡੈਸੀਮਲ ਨੂੰ ਬਾਈਨਰੀ ਦੇ ਵਿੱਚ ਕਨਵਰਟ ਕਰਾਂਗੇ। ਪਹਿਲਾਂ ਬਾਈਨਰੀ ਨੂੰ ਡੈਸੀਮਲ ਦੇ ਵਿੱਚ, ਫਿਰ ਡੈਸੀਮਲ ਨੂੰ ਬਾਈਨਰੀ 'ਚ, ਫਿਰ ਬਾਈਨਰੀ ਨੂੰ ਆਕਟਲ ਦੇ ਵਿੱਚ ਤੇ ਆਕਟਲ ਨੂੰ ਬਾਈਨਰੀ ਦੇ ਵਿੱਚ, ਫਿਰ ਬਾਈਨਰੀ ਨੂੰ ਹੈਕਸਾਡੈਸੀਮਲ ਦੇ ਵਿੱਚ ਤੇ ਹੈਕਸਾਡੈਸੀਮਲ ਨੂੰ ਬਾਈਨਰੀ ਦੇ ਵਿੱਚ, ਫਿਰ ਆਕਟਲ ਨੂੰ ਡੈਸੀਮਲ ਦੇ ਵਿੱਚ ਤੇ ਡੈਸੀਮਲ ਨੂੰ ਵੀ ਆਕਟਲ ਦੇ ਵਿੱਚ, ਆਕਟਲ ਨੂੰ ਹੈਕਸਾਡੈਸੀਮਲ ਦੇ ਵਿੱਚ ਤੇ ਹੈਕਸਾਡੈਸੀਮਲ ਨੂੰ ਆਕਟਲ ਦੇ ਵਿੱਚ, ਲਾਸਟ ਡੈਸੀਮਲ ਨੂੰ ਹੈਕਸਾਡੈਸੀਮਲ ਦੇ ਵਿੱਚ ਤੇ ਹੈਕਸਾਡੈਸੀਮਲ ਨੂੰ ਡੈਸੀਮਲ ਦੇ ਵਿੱਚ। ਇਸ ਤਰ੍ਹਾਂ ਨਾਲ ਇਹਦੀਆਂ ਕਿਹੜੀਆਂ ਕਨਵਰਜ਼ਨ ਆ ਉਹ ਅਸੀਂ ਕਰਾਂਗੇ। ਤੇ ਇਹਦੇ ਨੰਬਰ ਸਿਸਟਮ ਤੁਹਾਨੂੰ ਆਲਰੇਡੀ ਪਤਾ ਲੱਗ ਚੁੱਕੇ ਹੈ ਕਿ ਬਾਈਨਰੀ ਨੰਬਰ ਸਿਸਟਮ ਕੀ ਆ, ਡੈਸੀਮਲ ਨੰਬਰ ਸਿਸਟਮ ਕੀ ਆ, ਆਕਟਲ ਕੀ ਆ ਤੇ ਹੈਕਸਾ ਕੀ ਆ। ਸੋ ਨੈਕਸਟ ਅੱਗੇ ਹੋਰ ਥੋੜੀ ਪ੍ਰੈਕਟਿਸ ਹੋ ਜਾਏਗੀ। ਪਹਿਲਾਂ ਅਸੀਂ ਕਰਦੇ ਹਾਂ ਕਨਵਰਜ਼ਨ ਜਿਹੜੀ ਬਾਈਨਰੀ ਤੋਂ ਡੈਸੀਮਲ ਦੇ ਵਿੱਚ ਕਰਦੇ ਹਾਂ, ਫਿਰ ਅੱਗੇ ਕਰਾਂਗੇ ਡੈਸੀਮਲ ਤੋਂ ਬਾਈਨਰੀ। ਬਾਈਨਰੀ ਤੋਂ ਡੈਸੀਮਲ ਕਨਵਰਜ਼ਨ ਕਰਨ ਲਈ ਇਹਦਾ ਈਜ਼ੀ ਮੈਥਡ ਜਿਹੜਾ ਹੈ ਉਹ ਹੈਗਾ ਕਿ ਬਾਈਨਰੀ ਨੰਬਰ ਨੂੰ ਅਸੀਂ ਕੀ ਕਰਦੇ ਹਾਂ, ਇਹਨੂੰ ਡੈਸੀਮਲ ਦੇ ਵਿੱਚ ਲਿਖਣ ਲਈ ਇੱਕ ਮਲਟੀਪਲੀਕੇਸ਼ਨ ਐਲਗੋਰਿਥਮ ਜਿਹੜਾ ਉਹ ਯੂਜ਼ ਕਰਦੇ ਹਾਂ। ਜਦੋਂ ਅਸੀਂ ਇਹਨੂੰ ਕਨਵਰਟ ਕਰਾਂਗੇ ਤਾਂ ਜ਼ਿਆਦਾ ਕਲੀਅਰ ਹੋ ਜਾਏਗਾ। ਕੀ ਕਰਦੇ ਹਾਂ, ਮਲਟੀਪਲਾਈ ਕਰਦੇ ਹਾਂ, ਜਿਹੜਾ ਬਾਈਨਰੀ ਡਿਜਿਟ ਹੈ ਉਹਨੂੰ ਮਲਟੀਪਲਾਈ ਕਰਦੇ ਹਾਂ by increasing powers of 2 starting from the right। मैं ਤੁਹਾਨੂੰ ਪਹਿਲੇ ਵੀ ਦੱਸਿਆ ਸੀਗਾ ਕਿ ਅਸੀਂ ਰਾਈਟ ਸਾਈਡ ਤੋਂ ਸਟਾਰਟ ਕਰਨਾ, ਜਿਹੜੀ ਸਾਡੀ ਲੀਸਟ ਸਿਗਨੀਫੀਕੈਂਟ ਬਿਟ ਹੈ। ਲੀਸਟ ਸਿਗਨੀਫੀਕੈਂਟ ਬਿਟ ਹੁੰਦੀ ਜਿਹੜੀ ਰਾਈਟ ਸਾਈਡ ਤੇ ਹੁੰਦੀ ਹੈ, ਉਸ ਸਾਈਡ ਤੋਂ ਅਸੀਂ ਇਹਨੂੰ ਸਟਾਰਟ ਕਰਨਾ ਹੈ। 2 ਦੀ ਪਾਵਰ 0, 2 raised to power 1, 2 raised to power 3, ਇਸ ਤਰ੍ਹਾਂ ਨਾਲ ਇਹਨੂੰ ਲਿਖਦੇ ਜਾਵਾਂਗੇ। then to find the decimal number equivalent sum those products, ਫਿਰ ਉਸਨੂੰ ਅਸੀਂ ਕੀ ਕਰ ਦਾਂਗੇ, ਜੋ ਵੀ ਸਾਡਾ ਮਲਟੀਪਲਾਈ ਆਏਗਾ, ਜੋ ਮਲਟੀਪਲਾਈ ਕਰਕੇ ਆਏਗਾ ਉਹਨੂੰ ਫਿਰ ਅਸੀਂ ਉਹਨਾਂ ਦਾ ਪ੍ਰੋਡਕਟਸ ਦਾ ਕੀ ਕਰ ਦਾਂਗੇ, ਸਮ ਕਰ ਦਾਂਗੇ। ਲੈਟ ਅਸ ਸੀ ਨੈਕਸਟ ਅੱਗੇ ਦੇਖਦੇ ਹਾਂ ਕਿ ਆ ਇੱਕ ਬਾਈਨਰੀ ਨੰਬਰ ਹੈ, ਇਹਨੂੰ ਅਸੀਂ ਡੈਸੀਮਲ ਚ ਕਨਵਰਟ ਕਰਨਾ ਹੈ। ਇੱਕ ਬਾਈਨਰੀ ਨੰਬਰ ਹੈ, ਇਹਨੂੰ ਡੈਸੀਮਲ ਦੇ ਵਿੱਚ ਕਨਵਰਟ ਕਰਨਾ। ਦੇਖੋ ਬਾਈਨਰੀ ਨੰਬਰ ਹੈ, क्योंकि बाइनरी नंबर शो हो रहा है सानू इतों क्लीयर है कि 1 और 0 है, दूसरा और कोई नंबर नहीं है। इट मीनस नाल बेस भी दे दिता 2,
बेस भी देता है वाला 2 की देता है नाल बेस ते आ नंबर तो मैं क्लियर है कि ओनली 1 एंड 0 ही है ਇਹਨੂੰ ਅਸੀਂ ਡੈਸੀਮਲ ਚ ਕਨਵਰਟ ਕਰਨਾ ਹੈ ਹੁਣ ਡੈਸੀਮਲ ਚ ਕਨਵਰਟ ਕਰਨਾ ਜਿਵੇਂ ਮੈਂ ਦੱਸਿਆ ਕਿ ਮਲਟੀਪਲੀਕੇਸ਼ਨਸ ਅਲਗੋਰਿਥਮ ਨਾਲ ਅਸੀਂ ਇਹਨੂੰ ਕਰਾਂਗੇ ਕਿਵੇਂ ਕਿ ਇਹ ਵਾਲੇ ਅਸੀਂ ਸਾਰੇ ਡਿਜਿਟ ਲਿਖ ਲੈਣੇ ਪਹਿਲੇ ਕਿਵੇਂ ਕਰਾਂਗੇ ਇੱਥੋਂ ਇੱਥੋਂ ਸ਼ੁਰੂ ਕਰਾਂਗੇ ਇਹ ਵਾਲਾ ਇਸ ਸਾਈਡ ਤੋਂ 1 ਮਲਟੀਪਲਾਈ ਕੀ ਕਰਾਂਗੇ 2 ਰੇਜ਼ ਟੂ ਪਾਵਰ 0 ਜੋ ਵੀ ਬਾਈਨਰੀ ਡਿਜਿਟ ਹੈਗਾ ਸਾਡਾ ਉਹਨੂੰ ਅਸੀਂ 2 ਰੇਜ਼ ਟੂ ਪਾਵਰ 0 ਨਾਲ ਮਲਟੀਪਲਾਈ ਕਰ ਦੇਣਾ ਕਿਉਂਕਿ ਬੇਸ ਕਿੰਨਾ ਹੁੰਦਾ ਇਹਦਾ 2 ਦੀ 2 ਨਾਲ ਅਸੀਂ ਨੂੰ ਮਲਟੀਪਲਾਈ ਕਰ ਦੇਣਾ 2 ਦੀ ਪਾਵਰਸ ਨਾਲ ਪਾਵਰ ਜਿਹੜੀਆਂ ਉਹ ਬਾਅਦ ਵਿੱਚ ਅਸੀਂ ਇਨਕਰੀਜ਼ ਕਰਦੇ ਜਾਵਾਂਗੇ 2 ਰੇਜ਼ ਟੂ ਪਾਵਰ 0 ਫਿਰ ਅੱਗੇ ਇਸ ਸਾਈਡ ਨੂੰ 2 ਰੇਜ਼ ਟੂ ਪਾਵਰ 1 ਇਹਨੂੰ ਕਿਹਦੇ ਨਾਲ ਕਰਾਂਗੇ 0 ਨੂੰ ਮਲਟੀਪਲਾਈ ਕਰਾਂਗੇ 2 ਰੇਜ਼ ਟੂ ਪਾਵਰ 1 ਨਾਲ ਸੇਮ ਅੱਗੇ 1 ਨੂੰ ਅਸੀਂ 2 ਰੇਜ਼ ਟੂ ਪਾਵਰ 2 ਅੱਗੇ ਫਿਰ ਅੱਗੇ ਨੈਕਸਟ ਕਿਹੜਾ ਨੰਬਰ ਹੈ 1 ਨੂੰ ਅਸੀਂ ਕਰਾਂਗੇ 1 ਮਲਟੀਪਲਾਈ 2 ਰੇਜ਼ ਟੂ ਪਾਵਰ 3 ਅਗਰ ਨੈਕਸਟ ਹੈ ਫਿਰ 1 ਇਹਨੂੰ ਕਰਾਂਗੇ 1 ਮਲਟੀਪਲਾਈ 2 ਰੇਜ਼ ਟੂ ਪਾਵਰ 4 ਜੇ ਕਈ ਵਾਰੀ ਹੁੰਦਾ ਕਿ ਇਧਰੋਂ ਲਿਖਣਾ ਥੋੜਾ ਔਖਾ ਹੋ ਜਾਂਦਾ ਤੇ ਤੁਸੀਂ ਇਸ ਸਾਈਡ ਤੋਂ ਵੀ ਲਿਖ ਸਕਦੇ ਹੋ ਬਟ ਇਹਨੂੰ ਕਾਊਂਟ ਕਰ ਲਓ ਕਿ ਡਿਜਿਟ ਹੈ ਕਿੰਨੇ ਆ ਡਿਜਿਟ ਸਾਡੇ ਕੋਲ ਕਿੰਨੇ ਆ ਇਸ ਬਾਈਨਰੀ ਨੰਬਰ ਦੇ ਵਿੱਚ 1 2 3 4 5 5 ਡਿਜਿਟ ਹੈਗੇ ਆ ਜਦੋਂ 5 ਡਿਜਿਟ ਹੈ ਤਾਂ ਸਾਨੂੰ ਪਤਾ ਕਿ ਅਸੀਂ 0 ਤੋਂ ਸਟਾਰਟ ਕਰਨਾ ਹੈ ਤੇ ਜੇ 0 ਤੋਂ ਸਟਾਰਟ ਕਰਨਾ ਹੈ ਤੇ 5 ਲਿਆਉਣ ਲਈ ਸਾਡੇ ਕੋਲ ਅਸੀਂ 4 ਨੂੰ ਯੂਜ਼ ਕਰਾਂਗੇ ਕਿਉਂਕਿ 0 ਵੀ ਵਿੱਚ ਨਾਲ ਆਉਣੀ ਆ ਫਿਰ ਅਸੀਂ ਇਧਰੋਂ ਸਟਾਰਟ ਕਰ ਲਿਆਂਗੇ ਬਟ ਇਹ ਧਿਆਨ ਦੇ ਵਿੱਚ ਰੱਖਣਾ ਹੈ ਕਿ ਫਿਰ ਅਸੀਂ ਇੱਥੇ ਕੀ ਲਿਖਣੀ ਹੈ ਪਾਵਰ 4 ਤੋਂ ਸਟਾਰਟ ਕਰਨਾ ਹੈ ਅਸੀਂ ਕਿਉਂਕਿ ਜੇ 5 ਡਿਜਿਟ ਹੈ ਹੁੰਦੇ ਤੇ ਫਿਰ ਅਸੀਂ ਇੱਥੇ ਪਾਵਰ 5 ਲਿਖਣੀ ਸੀਗੀ ਹੁਣ ਸਾਡੇ ਕੋਲ 5 ਡਿਜਿਟ ਹੈ ਤੇ 4 ਤੋਂ ਸਟਾਰਟ ਕਰਾਂਗੇ ਕਿ ਆ ਜਿਹੜਾ 1 ਆ ਇਹਨੂੰ ਮਲਟੀਪਲਾਈ ਕਰ ਦਾਂਗੇ 2 ਰੇਜ਼ ਟੂ ਪਾਵਰ 4 ਕਿਉਂਕਿ 5 ਡਿਜਿਟ ਹੈ ਪਾਵਰ ਕਿੰਨੀ ਇੱਕ ਘੱਟ ਲੈ ਕੇ ਚੱਲਾਂਗੇ 4 ਅੱਗੇ ਪਲੱਸ ਕਰ ਦਾਂਗੇ ਪਲੱਸ ਆਹ ਵਾਲਾ ਡਿਜਿਟ ਲੈ ਲਓ ਹੁਣ ਪਲੱਸ 1 ਮਲਟੀਪਲਾਈ ਫਿਰ 2 ਰੇਜ਼ ਟੂ ਪਾਵਰ 3 ਪਾਵਰ ਇੱਕ ਘਟਾ ਦਿੱਤੀ 2 ਰੇਜ਼ ਟੂ ਪਾਵਰ 3 ਨੈਕਸਟ ਡਿਜਿਟ ਜਿਹੜਾ ਉਹ ਲੈ ਲਾਂਗੇ 1 ਨੈਕਸਟ ਡਿਜਿਟ ਫਿਰ ਅੱਗੇ ਕੀ ਲੈ ਲਿਆ 1 ਨੂੰ ਅਸੀਂ ਫਿਰ ਅੱਗੇ ਮਲਟੀਪਲਾਈ ਕਰ ਦਾਂਗੇ 2 ਰੇਜ਼ ਟੂ ਪਾਵਰ 2 ਪਾਵਰ ਹੁਣ ਦੇਖੋ ਵੈਸੇ ਤਾਂ ਤਰੀਕਾ ਇਹ ਹੈ ਕਿ ਪਾਵਰ ਨੂੰ ਵਧਾਉਂਦੇ ਜਾਣਾ ਹੈ ਪਰ ਮੈਂ ਇਸ ਤਰੀਕੇ ਨਾਲ ਚੱਲ ਰਿਹਾ ਕਿ ਤੁਹਾਨੂੰ ਲਿਖਣਾ ਜਿਹੜਾ ਈਜ਼ੀ ਹੋ ਜਾਏਗਾ ਹੁਣ ਪਾਵਰ ਇੱਧਰ ਨੂੰ ਘਟਦੀਆਂ ਜਾਣਗੀਆਂ 1 ਰੇਜ਼ ਟੂ ਪਾਵਰ 2 ਰੇਜ਼ ਟੂ ਪਾਵਰ 2 ਨੈਕਸਟ ਕੀ ਹੈ ਅਗਲਾ ਡਿਜਿਟ ਕੀ ਹੈ 0 ਨੂੰ ਅਸੀਂ ਫਿਰ ਮਲਟੀਪਲਾਈ ਕਰਾਂਗੇ 2 ਰੇਜ਼ ਟੂ ਪਾਵਰ 1 ਨਾਲ ਲਾਸਟ ਡਿਜਿਟ ਹੈ 1 ਨੂੰ ਅਸੀਂ ਮਲਟੀਪਲਾਈ ਕਰਾਂਗੇ 2 ਰੇਜ਼ ਟੂ ਪਾਵਰ 0 ਸੋ ਅਸੀਂ ਬਾਈਨਰੀ ਨੂੰ ਡੈਸੀਮਲ ਚ ਕਨਵਰਟ ਕਰਨ ਲਈ ਕੀ ਕਰਦੇ ਆ ਮਲਟੀਪਲਾਈ ਕਰਦੇ ਆ ਕਿਤੇ ਨਾਲ 2 ਨਾਲ ਜਿਹੜਾ ਬੇਸ ਹੈਗਾ ਉਹਦੇ ਨਾਲ ਮਲਟੀਪਲਾਈ ਕਰਦੇ ਜਾਵਾਂਗੇ ਤੇ ਉਹਦੀਆਂ ਪਾਵਰ ਅਸੀਂ ਦੇਖ ਲਾਂਗੇ ਕਿ ਪਾਵਰ ਕਿੱਥੋਂ ਸਟਾਰਟ ਕਰਨੀ ਹੈ ਉਹਦੇ ਨੰਬਰ ਜਿਹੜੇ ਡਿਜਿਟ ਹੈ ਉਹ ਕਾਊਂਟ ਕਰ ਲਵਾਂਗੇ ਸੋ ਨੈਕਸਟ ਅਸੀਂ ਜੇ ਦੇਖੀਏ ਤੇ 2 ਰੇਜ਼ ਟੂ ਪਾਵਰ 4 2 ਨੂੰ ਅਸੀਂ 4 ਟਾਈਮਸ ਮਲਟੀਪਲਾਈ ਕਰਾਂਗੇ ਤੇ 16 ਹੁੰਦਾ 16 ਮਲਟੀਪਲਾਈ 1 ਮਤਲਬ 16 ਆ ਗਿਆ ਇਹ ਸਾਡੇ ਕੋਲ ਕੀ ਆ ਗਿਆ 16 ਆ ਗਿਆ ਜਦੋਂ ਇਹਨੂੰ ਅਸੀਂ ਸਿੰਪਲੀਫਾਈ ਕੀਤਾ ਇੱਥੇ ਸਾਡੇ ਕੋਲ ਜਦੋਂ ਇਹਨੂੰ ਕਰਾਂਗੇ ਸਿੰਪਲੀਫਾਈ 2 ਰੇਜ਼ ਟੂ ਪਾਵਰ 3 ਕਿੰਨਾ ਹੁੰਦਾ ਸਾਡੇ ਕੋਲ 8 ਮਲਟੀਪਲਾਈ 1 ਕਿੰਨਾ ਆ ਜਾਏਗਾ 8 ਪਲੱਸ ਕੀ ਆ ਗਿਆ 8 ਨੈਕਸਟ ਪਲੱਸ ਕੀ ਆਏਗਾ ਇਹ ਵਾਲਾ ਪਲੱਸ 2 ਰੇਜ਼ ਟੂ ਪਾਵਰ 2 4 ਮਲਟੀਪਲਾਈ 1 ਮੀਨਸ 4 ਆ ਗਿਆ ਨੈਕਸਟ ਪਲੱਸ 0 ਕਿਉਂ ਆ ਰਿਹਾ ਕਿਉਂਕਿ ਇਹ 0 ਨਾਲ ਮਲਟੀਪਲਾਈ ਹੋਇਆ 0 ਨਾਲ ਮਲਟੀਪਲਾਈ ਹੋਇਆ 2 ਦੀ ਪਾਵਰ 1 ਕੋਈ ਵੀ ਨੰਬਰ ਜਦੋਂ 0 ਨਾਲ ਮਲਟੀਪਲਾਈ ਹੁੰਦਾ ਤਾਂ ਉਹ 0 ਹੋ ਜਾਂਦਾ ਇਸ ਲਈ ਇੱਥੇ ਵੈਲਿਊ 0 ਆ ਜਾਏਗੀ ਅੱਗੇ ਕੀ ਹੈਗਾ 2 ਰੇਜ਼ ਟੂ ਪਾਵਰ 0 ਕੋਈ ਵੀ ਨੰਬਰ ਹੈ ਜਦੋਂ ਉਹਦੀ ਪਾਵਰ ਜਦੋਂ ਹੈ ਉਹ 0 ਹੁੰਦੀ ਹੈ ਤੇ ਉਹਦੀ ਵੈਲਿਊ ਕਿੰਨੀ ਹੁੰਦੀ ਹੈ 1 ਦੇ ਇਕੁਅਲ ਹੁੰਦੀ ਹੈ ਕੋਈ ਵੀ ਨੰਬਰ ਹੈ ਉਹਦੀ ਪਾਵਰ ਜਦੋਂ 0 ਹੁੰਦੀ ਤਾਂ ਉਹ ਇਕੁਅਲ 1 ਦੇ ਹੁੰਦਾ ਇਹਦਾ ਮਤਲਬ 2 ਰੇਜ਼ ਟੂ ਪਾਵਰ 0 ਹੈ ਤੇ ਇਹਦੀ ਵੈਲਿਊ 1 ਹੋਏਗੀ 1 ਮਲਟੀਪਲਾਈ 1 ਮੀਨਸ 1 ਅਸੀਂ ਜਦੋਂ ਇਹਨਾਂ ਸਾਰਿਆਂ ਨੂੰ ਪਲੱਸ ਕਰਾਂਗੇ ਤੇ ਸਾਡੇ ਕੋਲ ਵੈਲਿਊ ਕਿੰਨੀ ਆ ਜਾਏਗੀ 29 ਨਾਲ ਕੀ ਅਸੀਂ ਲਿਖਤਾ 10 ਬੇਸ ਦਾ ਕੀ ਲਿਖਤਾ ਨਾਲ ਇਹਦੇ ਬੇਸ ਦੇ ਵਿੱਚ 10 ਕਿਉਂ ਲਿਖਤਾ ਕਿਉਂ ਕਨਵਰਟ ਕੀਤਾ ਇਹਨੂੰ ਡੈਸੀਮਲ ਨੰਬਰ ਦੇ ਵਿੱਚ ਸੋ ਇਹਦੇ ਬੇਸ ਜ਼ਰੂਰ ਨਾਲ ਲਿਖੋ ਜਦੋਂ ਵੀ ਅਸੀਂ ਇਹਨਾਂ ਨੂੰ ਕਨਵਰਟ ਕਰਨਾ ਜਾਂ ਕਿਸੇ ਵੀ ਨੰਬਰ ਨੂੰ ਲਿਖਣਾ ਜੇ ਬਾਈਨਰੀ ਨੂੰ ਲਿਖਣਾ ਤੇ ਬਾਈਨਰੀ ਨੰਬਰ ਜਦੋਂ ਲਿਖਾਂਗੇ ਤੇ ਉਹਨੂੰ ਅਸੀਂ ਨਾਲ ਉਹਦਾ ਬੇਸ ਜ਼ਰੂਰ ਲਿਖਾਂਗੇ ਜੇ ਆਕਟਲ ਲਿਖਾਂਗੇ ਤੇ ਉਹਦਾ ਬੇਸ ਨਾਲ ਕੀ ਲਿਖਾਂਗੇ 8 ਲਿਖਾਂਗੇ ਸੋ ਅੱਗੇ ਇੱਕ ਹੋਰ ਐਗਜ਼ਾਮਪਲ ਹੈ ਬਾਈਨਰੀ ਤੋਂ ਡੈਸੀਮਲ ਦੇ ਵਿੱਚ ਹੁਣ ਇੱਕ ਨਾਲ ਆ ਤਾਂ ਸਾਡੇ ਕੋਲ ਇੱਕ ਨੰਬਰ ਹੈ ਨਾਲ ਉਹਦੇ ਵਿੱਚ ਅਗਲਾ ਨੰਬਰ ਜਿਹੜਾ ਦੇਖੋ ਇੱਥੇ ਡੈਸੀਮਲ ਲਿਖਿਆ ਹੋਇਆ ਤੇ
01 ਡੈਸੀਮਲ 01 ਇਹ ਵਾਲਾ ਜਿਹੜਾ ਪਾਰਟ ਹੈ ਇਹ ਵਾਲਾ ਇਹ ਕੀ ਹੈਗਾ ਫ੍ਰੈਕਸ਼ਨਲ ਪਾਰਟ ਹੈ ਇਹ ਵਾਲਾ ਅੱਗੇ ਕੀ ਹੈ ਫ੍ਰੈਕਸ਼ਨਲ ਪਾਰਟ ਹੈ ਦੋ ਤਰ੍ਹਾਂ ਨਾਲ ਇਹਦੇ ਵਿੱਚ ਕੁਐਸਚਨ ਆ ਜਾਂਦਾ ਪਹਿਲਾਂ ਤਾਂ ਇੱਕ ਇਹ ਵਾਲਾ ਸੀਗਾ ਜਿਹੜਾ ਸਿੰਪਲ ਤੁਹਾਨੂੰ ਹੁਣੇ ਦੱਸਿਆ ਦੂਸਰਾ ਹੁਣ ਦੇਖੋ ਇਹ ਚ ਡੈਸੀਮਲ ਨਾਲ ਆ ਗਿਆ ਡੈਸੀਮਲ ਮਤਲਬ ਇਹ ਫ੍ਰੈਕਸ਼ਨਲ ਪਾਰਟ ਹੈ ਅਗਲਾ ਇਹਨੂੰ ਅਸੀਂ ਕਿਵੇਂ ਕਰਨਾ ਉਦਾਂ ਹੀ ਕਰਾਂਗੇ ਜਸਟ ਦੇਖੋ ਫਰਕ ਕੀ ਹੈ ਇੱਥੋਂ ਤੱਕ ਦੇਖੋ ਆ ਡੈਸੀਮਲ ਤੱਕ ਕਾਊਂਟ ਕਰ ਲਓ ਕਿੰਨੇ ਸਾਡੇ ਕੋਲ ਡਿਜਿਟ ਹੈਗੇ ਆ 1 2 3 ਤੇ 4 4 ਹੈਗੇ ਨੇ ਜਦੋਂ 4 ਹੈ ਤਾਂ ਫਿਰ ਇਹਨੂੰ 3 ਤੋਂ ਸਟਾਰਟ ਕਰਾਂਗੇ 4 1 ਮਲਟੀਪਲਾਈ 2 ਰੇਜ਼ ਟੂ ਪਾਵਰ 3 ਅੱਗੇ ਪਲੱਸ 0 2 ਰੇਜ਼ ਟੂ ਪਾਵਰ 2 ਪਲੱਸ ਅੱਗੇ ਨੈਕਸਟ ਰਿਜ਼ਲਟ ਲੈ ਲਾਂਗੇ 1 ਮਲਟੀਪਲਾਈ 2 ਰੇਜ਼ ਟੂ ਪਾਵਰ 1 ਪਲੱਸ ਨੈਕਸਟ ਹੈਗਾ 0 ਮਲਟੀਪਲਾਈ 2 ਰੇਜ਼ ਟੂ ਪਾਵਰ 0 ਅੱਗੇ ਹੁਣ ਇੱਥੋਂ ਤੱਕ ਹੋ ਗਿਆ ਇੱਥੇ ਫਿਰ ਆ ਜਿਹੜਾ ਪੁਆਇੰਟ ਆ ਜਿਹੜਾ ਡੈਸੀਮਲ ਇਹਦੀ ਜਗ੍ਹਾ ਫਿਰ ਅੱਗੇ ਪਲੱਸ ਹੀ ਪਾਣਾ ਹੈ ਬਟ ਇਹ ਕੀ ਹੈਗਾ ਸਾਡਾ ਇੱਕ ਇਸ ਨੰਬਰ ਨੂੰ ਅਸੀਂ ਕਿਵੇਂ ਲਿਖਣਾ 0 ਮਲਟੀਪਲਾਈ 2 ਰੇਜ਼ ਟੂ ਪਾਵਰ -1 2 ਰੇਜ਼ ਟੂ ਪਾਵਰ -1 ਹੁਣ ਅੱਗੇ ਜਦੋਂ ਡੈਸੀਮਲ ਤੋਂ ਬਾਅਦ ਇਸ ਤਰ੍ਹਾਂ ਨਾਲ ਲਿਖਣਾ ਇਹਨੂੰ 2 ਰੇਜ਼ ਟੂ ਪਾਵਰ -1 ਅੱਗੇ 1 ਨੂੰ ਮਲਟੀਪਲਾਈ ਕਰਾਂਗੇ 1 ਮਲਟੀਪਲਾਈ 2 ਰੇਜ਼ ਟੂ ਪਾਵਰ -2 ਅੱਗੇ ਵੀ ਜੇ ਹੁੰਦਾ ਅੱਗੇ ਕੋਈ ਡਿਜਿਟ ਹੁੰਦਾ ਤੇ ਅਸੀਂ ਫਿਰ ਲਿਖਦੇ 1 ਮਲਟੀਪਲਾਈ 2 ਰੇਜ਼ ਟੂ ਪਾਵਰ 3 ਕਿਉਂਕਿ ਹੁਣ ਸਾਡੇ ਕੋਲ 2 ਹੀ ਡਿਜਿਟ ਹੈ ਉਹ ਅਸੀਂ ਇੱਥੋਂ ਸਟਾਰਟ ਕਰਾਂਗੇ ਕਿ ਜੇ 0 ਸੀਗਾ ਤੇ 0 ਮਲਟੀਪਲਾਈ ਬਾਈ 2 ਰੇਜ਼ ਟੂ ਪਾਵਰ -1 ਪਲੱਸ 1 ਮਲਟੀਪਲਾਈ 2 ਰੇਜ਼ ਟੂ ਪਾਵਰ -2 ਮਾਈਨਸ ਤਾਂ ਲਿਖਿਆ ਕਿਉਂਕਿ ਇਹ ਸਾਡਾ ਇਹ ਫ੍ਰੈਕਸ਼ਨਲ ਪਾਰਟ ਹੈ ਸੋ ਨੈਕਸਟ ਜਦੋਂ ਅਸੀਂ ਇਹਨੂੰ ਸਿੰਪਲੀਫਾਈ ਕਰਾਂਗੇ ਤਾਂ 2 ਰੇਜ਼ ਟੂ ਪਾਵਰ 3 ਸਾਡੇ ਕੋਲ ਕੀ ਆ ਗਿਆ 8 ਮਲਟੀਪਲਾਈ 1 8 ਹੈ 0 ਨਾਲ ਮਲਟੀਪਲਾਈ ਹੋ ਗਿਆ ਆ ਨੰਬਰ ਤਾਂ ਸਾਰਾ ਇਹ ਹੈ ਕੀ ਹੋ ਜਾਏਗਾ 0 ਹੋ ਜਾਏਗਾ ਹੁਣ ਇਹ 2 ਰੇਜ਼ ਟੂ ਪਾਵਰ 1 ਹੈ 2 ਰੇਜ਼ ਟੂ ਪਾਵਰ 1 ਮੀਨਸ 2 ਮਲਟੀਪਲਾਈ 1 ਮੀਨਸ ਆ ਗਿਆ 2 ਫਿਰ ਇਹ 0 ਨਾਲ ਮਲਟੀਪਲਾਈ ਹੋਇਆ ਸਾਰਾ ਹੀ ਨੰਬਰ ਤੇ ਇਹ ਨੰਬਰ ਕੀ ਹੋ ਜਾਏਗਾ ਸਾਡੇ ਕੋਲ 0 ਆ ਜਾਏਗਾ ਪਲੱਸ ਅੱਗੇ ਫਿਰ 0 ਨਾਲ ਵਾਲਾ ਨੰਬਰ ਮਲਟੀਪਲਾਈ ਹੋਇਆ ਤੇ ਇਹ ਫਿਰ ਕੀ ਆ ਜਾਏਗਾ 0 ਆ ਜਾਏਗਾ ਹੁਣ ਅੱਗੇ ਹੈਗਾ 1 ਮਲਟੀਪਲਾਈ 2 ਰੇਜ਼ ਟੂ ਪਾਵਰ 2 ਇਹਨੂੰ ਅਸੀਂ ਕਿਵੇਂ ਸੋਲਵ ਕਰਾਂਗੇ ਇਹਨੂੰ ਲਿਖ ਸਕਦੇ ਹਾਂ ਆਪਾਂ 1 ਓਵਰ 2 ਦੀ ਪਾਵਰ 2 ਰੇਜ਼ ਦੀ ਪਾਵਰ 2 ਕਿਉਂਕਿ ਆ ਮਾਈਨਸ ਦਾ ਸਾਈਨ ਆ ਇਹਨੂੰ ਅਸੀਂ ਕਿਵੇਂ ਕਰ ਸਕਦੇ ਹਾਂ ਇਹਨੂੰ 1 ਰੇਜ਼ ਟੂ ਪਾਵਰ 1 ਓਵਰ 2 ਰੇਜ਼ ਟੂ ਪਾਵਰ 2 ਤੇ 1 ਓਵਰ 2 ਰੇਜ਼ ਟੂ ਪਾਵਰ 2 ਕਿੰਨਾ ਹੋ ਗਿਆ 4 ਹੋ ਗਿਆ ਤੇ 1 ਨੂੰ ਜਦੋਂ 4 ਨਾਲ ਅਸੀਂ ਡਿਵਾਈਡ ਕਰਾਂਗੇ ਤੇ ਉਹ ਕਿੰਨਾ ਹੋ ਜਾਂਦਾ 0.25 ਇਹਨਾਂ ਸਾਰਿਆਂ ਨੂੰ ਜਦੋਂ ਪਲੱਸ ਕਰਾਂਗੇ ਤੇ ਸਾਡੇ ਕੋਲ ਵੈਲਿਊ ਜਿਹੜੀ ਆ ਉਹ 10 ਡੈਸੀਮਲ ਇੱਥੋਂ ਤੱਕ ਸਾਡੇ ਕੋਲ ਆ ਗਈ 10 ਇੱਥੋਂ ਤੱਕ ਆ ਗਈ ਸਾਡੇ ਕੋਲ 10 ਆ ਅਗਲੇ ਜੋ ਦੋ ਡਿਜਿਟ ਹੈ ਇਹਨਾਂ ਨੂੰ ਜਦੋਂ ਪਲੱਸ ਕਰਾਂਗੇ ਤੇ ਆ ਡੈਸੀਮਲ ਹੈ ਨਾਲ ਕੀ ਆ ਜਾਏਗਾ 25 ਸਾਰਿਆਂ ਨੂੰ ਪਲੱਸ ਕਰਾਂਗੇ ਤੇ 10 ਡੈਸੀਮਲ 2.5 ਆ ਜਾਏਗਾ ਸੋ ਇਹਦਾ ਜਿਹੜਾ ਬਾਈਨਰੀ ਹੈ ਉਹਦਾ ਡੈਸੀਮਲ ਜਿਹੜਾ ਉਹ ਇਸ ਤਰ੍ਹਾਂ ਨਾਲ ਆ ਜਾਏਗਾ ਹੁਣ ਡੈਸੀਮਲ ਤੋਂ ਬਾਈਨਰੀ ਕਨਵਰਜ਼ਨ ਡੈਸੀਮਲ ਤੋਂ ਜਦੋਂ ਬਾਈਨਰੀ ਕਨਵਰਜ਼ਨ ਕਰਨੀ ਹੈ ਤੇ ਉਹਨੂੰ ਅਸੀਂ ਡਿਵੀਜ਼ਨ ਮੈਥਡ ਯੂਜ਼ ਕਰਦੇ ਹਾਂ ਡਿਵਾਈਡ ਕਰਨਾ 2 ਨਾਲ ਕਿਉਂਕਿ ਬਾਈਨਰੀ ਦਾ ਬੇਸ 2 ਹੈ 2 ਨਾਲ ਅਸੀਂ ਇਹਨੂੰ ਡਿਵਾਈਡ ਕਰਾਂਗੇ ਤੇ ਇਹਦੇ ਜਿਹੜੇ ਕੁਐਸਚਨ ਤੇ ਰਿਮਾਈਂਡਰ ਹੈ ਉਹਨਾਂ ਨੂੰ ਅਸੀਂ ਰਿਕਾਰਡ ਕਰਦੇ ਜਾਵਾਂਗੇ ਜਿਵੇਂ ਦੇਖੋ ਡੈਸੀਮਲ ਤੋਂ ਬਾਈਨਰੀ ਇੱਕ ਡੈਸੀਮਲ ਨੰਬਰ ਅਸੀਂ ਲੈ ਲਿਆ 43 ਇਹਨੂੰ ਅਸੀਂ ਬਾਈਨਰੀ ਦੇ ਵਿੱਚ ਕਨਵਰਟ ਕਰਨਾ ਬਾਈਨਰੀ ਦੇ ਵਿੱਚ ਕਨਵਰਟ ਕਰਨ ਲਈ ਕੀ ਕਰਨਾ ਅਸੀਂ ਡਿਵਾਈਡ ਕਰਨਾ ਜਦੋਂ ਬਾਈਨਰੀ ਤੋਂ ਡੈਸੀਮਲ ਦੇ ਵਿੱਚ ਕੀਤਾ ਸੀ ਤੇ ਮਲਟੀਪਲਾਈ ਕਰਦੇ ਸੀ 2 ਨਾਲ ਹੁਣ ਕੀ ਕਰਾਂਗੇ 2 ਨਾਲ ਡਿਵਾਈਡ ਕਰਾਂਗੇ ਜਦੋਂ 43 ਨੂੰ 2 ਨਾਲ ਡਿਵਾਈਡ ਕਰਾਂਗੇ ਤੇ ਇਹ ਕੀ ਆ ਜਾਏਗਾ 2 ਨੂੰ ਕਰਾਂਗੇ 21 2 ਦਾ ਕਿੰਨਾ ਹੋ ਜਾਏਗਾ 42 ਆ ਜਾਏਗਾ 42 ਆ ਜਾਏਗਾ ਇੱਥੇ ਤੇ ਜਦੋਂ 42 ਆ ਜਾਏਗਾ ਤੇ ਇੱਥੋਂ ਸਾਡਾ ਕੀ ਆ ਜਾਏਗਾ ਜਦੋਂ ਰਿਮਾਈਂਡਰ ਜਿਹੜਾ ਸਾਡਾ ਉਹ ਕੀ ਆ ਗਿਆ 10 ਆ ਗਿਆ ਰਿਮਾਈਂਡਰ ਕੀ ਆ ਗਿਆ ਸਾਡਾ 10 ਤੇ ਸਾਡੇ ਕੋਲ ਕੁਐਸਚਨ ਕੀ ਆ ਗਿਆ 1 ਰਿਮਾਈਂਡਰ ਕੀ ਆ ਗਿਆ 1 ਤੇ ਸਾਡਾ ਜਿਹੜਾ ਇੱਥੇ ਬਾਕੀ ਜਿਹੜਾ ਕੀ ਬਚਿਆ ਇੱਥੇ ਸਾਡੇ ਕੋਲ 1 ਹੁਣ ਇੱਥੇ ਜਦੋਂ 2 ਨਾਲ ਫਿਰ ਇਹਨੂੰ ਡਿਵਾਈਡ ਕਰਾਂਗੇ ਇਹਨੂੰ 2 ਨਾਲ ਇਹਨੂੰ ਕਰਾਂਗੇ ਹੁਣ ਤੇ 2 ਨਾਲ ਜਦੋਂ ਕਰਾਂਗੇ ਤੇ 2 10 ਦਾ 20 ਤੇ 1 ਸਾਡੇ ਕੋਲ ਫੇਰ ਆ ਗਿਆ ਇੱਥੇ ਸਾਡੇ ਕੋਲ 1 ਫੇਰ ਆ ਰਿਹਾ ਸਾਡੇ ਕੋਲ ਰਿਮਾਈਂਡਰ ਫਿਰ ਅੱਗੇ 2 ਨੂੰ ਫਿਰ ਅੱਗੇ ਕਰਾਂਗੇ 2 5 ਦਾ 10 ਪੂਰਾ ਚਲਾ ਗਿਆ ਨਾ ਕੋਈ ਵੀ ਸਾਡੇ ਕੋਲ ਰਿਮਾਈਂਡਰ ਇੱਥੇ ਕੁਝ ਨਹੀਂ ਬਚ ਰਿਹਾ ਹੈ ਬਾਕੀ ਕੁਝ ਨਹੀਂ ਆ ਰਿਹਾ ਸੋ ਸਾਡਾ ਇੱਥੇ 2 5 ਦਾ 10 ਮਤਲਬ 0
0 ਆਇਆ ਸਾਡੇ ਕੋਲ ਇੱਥੇ, ਜੋ ਸਾਡਾ ਕੈਰੀ ਉਹ ਸਾਡਾ ਕੀ ਆ ਰਿਹਾ ਇੱਥੇ 0 ਆ ਰਿਹਾ। 2 2 ਦਾ 4, ਜਦੋਂ ਇੱਥੇ 4 ਆਇਆ ਤੇ 2 2 ਦਾ 4 ਸਾਡੇ ਕੋਲ 1 ਬਚ ਰਿਹਾ, ਇਹਦਾ ਮਤਲਬ 1 ਜਿਹੜਾ ਉਹ ਸਾਡਾ ਇੱਧਰ ਫਿਰ ਆ ਕੇ ਇੱਧਰ ਲਿਖ ਲਾਂਗੇ, ਅਸੀਂ ਨੋਟ ਕਰਦੇ ਜਾਵਾਂਗੇ। ਫਿਰ 2 2 ਦਾ 1, ਫਿਰ ਸਾਡੇ ਕੋਲ 2 2 ਦਾ 1 ਪੂਰਾ ਪੂਰਾ ਹੋ ਗਿਆ ਨਾ, 2 1 ਦਾ 2, 2 1 ਦਾ 2 ਤੇ 0 ਰਹਿ ਗਿਆ ਇੱਥੇ, ਸਾਡੀ 0 ਜਿਹੜਾ ਇੱਧਰ ਲਿਖ ਦੇਵਾਂਗੇ। ਫਿਰ 2 ਤੇ ਇਹਨੂੰ ਡਿਵਾਈਡ ਕਰਾਂਗੇ, 2 0 ਦਾ 1, ਜਾਂ ਅਸੀਂ ਇੱਥੇ ਵੀ ਇਹਨੂੰ ਛੱਡ ਸਕਦੇ ਹਾਂ, ਆਪ ਚਾਹੇ ਅੱਗੇ ਨਾ ਵੀ ਕਰੋ, ਇਹ ਵਾਲਾ ਪਾਰਟ ਇੱਥੇ ਹੀ ਛੱਡ ਦਾਂਗੇ ਅਸੀਂ ਇਹਨੂੰ ਇੱਥੋਂ ਤੱਕ ਹੀ। ਤੇ ਇਹਨੂੰ ਅਸੀਂ ਅੱਗੇ ਲਿਖਣਾ ਕਿਵੇਂ ਹੈ, ਫਿਰ ਬਾਟਮ ਤੋਂ ਟੌਪ ਵੱਲ ਨੂੰ ਲਿਖਣਾ, ਬਾਟਮ ਤੋਂ ਟੌਪ ਵੱਲ ਨੂੰ। ਪਹਿਲਾਂ ਕੀ ਲਿਖਾਂਗੇ 1, ਫਿਰ 0, ਫਿਰ 1 0 1 1, ਇਸ ਤਰ੍ਹਾਂ ਨਾਲ ਅਸੀਂ ਇਹਨੂੰ ਲਿਖਾਂਗੇ ਬਾਟਮ ਤੋਂ ਟੌਪ ਵੱਲ ਨੂੰ। ਸੋ ਇੱਕ ਨੰਬਰ ਹੋਰ ਕਰਕੇ ਦੇਖ ਲੈਂਦੇ ਹਾਂ ਡੈਸੀਮਲ ਤੋਂ ਬਾਈਨਰੀ ਦੇ ਵਿੱਚ, ਕਿ 25 ਹੈਗਾ, 25 ਆ ਸਾਡਾ, 25 ਹੈ। ਇਹਨੂੰ ਅਸੀਂ ਜਦੋਂ ਡੈਸੀਮਲ ਨੂੰ ਬਾਈਨਰੀ ਵਿੱਚ ਕਨਵਰਟ ਕਰਾਂਗੇ ਤੇ 2 ਨਾਲ ਡਿਵਾਈਡ ਕਰਾਂਗੇ, 25 ਨੂੰ 2 ਨਾਲ ਡਿਵਾਈਡ ਕਰਾਂਗੇ ਤੇ ਦੇਖੋ ਇਹ 12 12 2 ਦਾ 24, 24 ਤੇ 1 ਸਾਡੇ ਕੋਲ ਰਿਮਾਈਂਡਰ ਬਚਿਆ, 1 ਸਾਡੇ ਕੋਲ ਰਿਮਾਈਂਡਰ ਬਚਿਆ, 24 ਆ ਗਿਆ, 1 ਸਾਡੇ ਕੋਲ ਰਿਮਾਈਂਡਰ ਬਚਿਆ। ਹੁਣ ਜਦੋਂ 12 ਨੂੰ ਅੱਗੇ 12 ਆ ਗਿਆ ਸੀ ਇੱਥੇ ਡਿਵਾਈਡ ਕਰਕੇ, ਇਹ ਸਾਡੇ ਕੀ ਕੁਐਸਚਨਸ ਹੈਗੇ ਨੇ, ਜਦੋਂ ਇਹ ਵਾਲਾ ਕੁਐਸਚਨ ਅੱਗੇ ਆ ਗਿਆ 2 ਨੂੰ ਫਿਰ 12 ਨਾਲ ਕਰਾਂਗੇ, 2 ਨੂੰ 12, 2 ਨੂੰ ਜਦੋਂ 12 ਨਾਲ ਕਰਾਂਗੇ ਇਹ ਤਾਂ ਹੋ ਗਿਆ ਸਾਡਾ 1 ਆ ਗਿਆ ਸੀ। ਹੁਣ 2 12 ਨੂੰ ਦੇਖਣਾ, ਫਿਰ 2 ਨਾਲ ਡਿਵਾਈਡ ਕਰਨਾ, 2 6 ਦਾ 12, ਇਹ ਬਿਲਕੁਲ ਕੰਪਲੀਟ ਡਿਵਾਈਡ ਹੋ ਗਿਆ ਤੇ ਜਿਹੜਾ ਰਿਮਾਈਂਡਰ ਆ ਉਹ ਸਾਡਾ ਕਿੰਨਾ ਆ ਰਿਹਾ 0। ਨੈਕਸਟ ਅੱਗੇ ਫਿਰ 6 ਹੈ, 2 3 ਦਾ 6, 2 3 ਦਾ 6 ਫਿਰ ਸਾਡਾ ਕੰਪਲੀਟ ਹੋ ਗਿਆ, ਰਿਮਾਈਂਡਰ ਜਿਹੜਾ ਉਹ ਫਿਰ ਕਿੰਨਾ ਆ ਗਿਆ 0 ਆ ਗਿਆ। ਫਿਰ 2 ਦਾ ਟੇਬਲ ਜਿਹੜਾ ਉਹ 3 ਤੱਕ ਦੇਖਾਂਗੇ, 2 1 ਦਾ 2, ਇਹਦਾ ਮਤਲਬ 2 ਆਇਆ, 3 ਚੋਂ 2 ਮਾਈਨਸ ਕੀਤੇ, ਰਿਮਾਈਂਡਰ ਸਾਡਾ ਕਿੰਨਾ ਆ ਗਿਆ 1 ਆ ਗਿਆ। ਇੱਥੇ 2 1 ਦਾ 2 1 ਆ ਗਿਆ। ਅੱਗੇ ਜੇ ਕਰਨਾ ਤਾਂ ਕਰੋ, ਨਹੀਂ ਹੈ ਤਾਂ ਇੱਥੇ ਤੁਸੀਂ ਛੱਡ ਦਿਓ, ਬਸ ਇਹ ਵਾਲੀ ਵੈਲਿਊ ਜਿੱਥੇ 1 ਆ ਜਾਂਦਾ ਬਾਕੀ ਉੱਥੋਂ ਨੋਟ ਕਰਨਾ, ਲਿਖਣਾ ਸ਼ੁਰੂ ਕਰ ਦਿਓ ਕਿ 1, ਫਿਰ ਅਗਲੀ ਵੈਲਿਊ ਕਿਹੜੀ ਸੀਗੀ 0, ਫਿਰ 0 ਫਿਰ 0, ਮਤਲਬ ਨੀਚੇ ਤੋਂ ਉੱਪਰ ਵੱਲ ਨੂੰ ਇਹਨੂੰ ਰੀਡ ਕਰਨਾ ਹੈ ਅਸੀਂ। ਜਦੋਂ ਕਰਾਂਗੇ ਤੇ 1 0 1 1 0 0 1, ਇਹ ਵਾਲਾ ਜਿਹੜਾ ਸਾਡਾ ਨੰਬਰ ਇਹ ਵਾਲਾ ਆ ਜਾਏਗਾ। ਹੁਣ ਇੱਕ ਮੰਨ ਲਓ ਡੈਸੀਮਲ ਟੂ ਬਾਈਨਰੀ, ਸੇਮ ਇਹ ਵੀ ਇਸੇ ਤਰ੍ਹਾਂ ਹੀ ਹੈ ਜਿਵੇਂ ਪਹਿਲਾਂ ਕੀਤੇ ਨੇ ਐਕਸਪਲੇਨ, ਕਿ 0 ਨੂੰ ਜਦੋਂ ਅਸੀਂ ਕਰਾਂਗੇ 160 ਹੈ, 160 ਹੈ ਤੇ ਇਹਨੂੰ ਅਸੀਂ ਕੀ ਕੀਤਾ, ਪਹਿਲਾਂ 2 ਨੂੰ 2 ਨਾਲ ਡਿਵਾਈਡ ਕਰਾਂਗੇ, 2 ਨਾਲ ਡਿਵਾਈਡ ਕਰਾਂਗੇ ਤੇ ਇੱਥੇ 80 ਆ ਜਾਏਗਾ, 80 ਆ ਜਾਏਗਾ, ਇਹ ਕੁਐਸਚਨ ਆ ਗਿਆ ਸਾਡਾ, ਤੇ ਰਿਮਾਈਂਡਰ ਕਿੰਨਾ ਆਇਆ 0। ਫਿਰ 2 ਨੂੰ ਡਿਵਾਈਡ ਕਰਾਂਗੇ 80 ਨਾਲ ਤੇ ਕਿੰਨਾ ਆ ਜਾਏਗਾ 40, ਇਹ ਆ ਜਾਏਗਾ 0 ਆ ਜਾਏਗਾ, ਰਿਮਾਈਂਡਰ ਫਿਰ 0 ਆ ਜਾਏਗਾ। ਫਿਰ 2 ਨੂੰ ਅਸੀਂ ਕਰਾਂਗੇ ਜਦੋਂ ਡਿਵਾਈਡ ਕਰਾਂਗੇ ਤੇ ਸਾਡੇ ਕੋਲ ਕੀ ਆ ਜਾਏਗਾ ਇੱਥੇ 20, ਰਿਮਾਈਂਡਰ ਫਿਰ 0 ਆ ਗਿਆ। ਫਿਰ 2 10 ਦਾ 20, ਇੱਥੇ ਫਿਰ 0 ਆ ਗਿਆ ਰਿਮਾਈਂਡਰ, 2 5 ਦਾ 10, ਰਿਮਾਈਂਡਰ ਫਿਰ 0 ਆ ਗਿਆ, 2 2 ਦਾ 4, ਰਿਮਾਈਂਡਰ ਫਿਰ ਸਾਡੇ ਕੋਲ ਹੁਣ 4 ਕੰਪਲੀਟ ਡਿਵਾਈਡ ਨਹੀਂ ਹੋਇਆ, ਰਿਮਾਈਂਡਰ ਸਾਡੇ ਕੋਲ ਕਿੰਨਾ ਆਇਆ 1 ਆ ਗਿਆ। ਫਿਰ ਇਹਨੂੰ ਲਾਸਟ ਤੇ ਜੇ ਕਰਨਾ ਚਾਹੁੰਦੇ ਆ ਤੇ ਫਿਰ 2 ਨੂੰ ਫਿਰ 2 ਨਾਲ ਡਿਵਾਈਡ ਕਰ ਦਾਂਗੇ ਤੇ ਫਿਰ ਇੱਥੇ ਕੀ ਆ ਗਿਆ 1 ਆ ਗਿਆ। ਹੁਣ ਅਸੀਂ ਜਦੋਂ ਰੀਡ ਕਰਨਾ ਇਹਨੂੰ 1 0 1 0 0, ਅੱਗੇ ਸਾਰੇ 0 ਹੈਗੇ ਨੇ, ਇਸ ਤਰ੍ਹਾਂ ਨੂੰ ਲਿਖਾਂਗੇ 1 0 1, ਅੱਗੇ ਸਾਰੇ ਹੀ ਜ਼ੀਰੋਜ਼ ਹੈਗੇ ਆ। ਇਹ ਇਹਦਾ ਬਾਈਨਰੀ ਕਨਵਰਜ਼ਨ ਹੋ ਗਿਆ। ਨੈਕਸਟ ਹੈ ਡੈਸੀਮਲ ਟੂ ਬਾਈਨਰੀ, ਇਹ ਵੀ ਸੇਮ ਹੀ ਹੈ ਕਿ ਇੱਕ ਮੈਂ ਫ੍ਰੈਕਸ਼ਨਲ ਚ ਲਿਖਿਆ ਹੋਇਆ, ਅੱਗੇ ਹੈ ਬਾਈਨਰੀ ਟੂ ਆਕਟਲ ਐਂਡ ਵਾਈਸ ਵਰਸਾ, ਵੀ ਬਾਈਨਰੀ ਨੂੰ ਆਕਟਲ ਦੇ ਵਿੱਚ ਤੇ ਆਕਟਲ ਨੂੰ ਬਾਈਨਰੀ ਵਿੱਚ। ਪਹਿਲਾਂ ਬਾਈਨਰੀ ਨੂੰ ਆਕਟਲ ਦੇ ਵਿੱਚ ਕਨਵਰਟ ਕਰਦੇ ਹਾਂ। ਬਾਈਨਰੀ ਨੂੰ ਆਕਟਲ ਦੇ ਵਿੱਚ ਕਰਨ ਲਈ ਕੀ ਕਰਾਂਗੇ, ਅਸੀਂ ਗਰੁੱਪ ਬਣਾ ਲਾਂਗੇ, 3 ਦੇ ਗਰੁੱਪ ਬਣਾ ਲਾਂਗੇ, 3 ਦੇ ਗਰੁੱਪ ਬਣਾ ਲਾਂਗੇ। ਕਿਵੇਂ, ਦੇਖੋ ਕਿ ਮੰਨ ਲਓ ਆ ਇੱਕ ਬਾਈਨਰੀ ਨੰਬਰ ਹੈ, ਸਾਡੇ ਕੋਲ ਇੱਕ ਬਾਈਨਰੀ ਨੰਬਰ ਹੈ, ਇਹ ਵਾਲਾ ਸੀਗਾ, ਇਹ ਵਾਲਾ ਇੱਕ ਬਾਈਨਰੀ ਨੰਬਰ ਹੈ, ਇਹਨੂੰ ਅਸੀਂ ਆਕਟਲ ਦੇ ਵਿੱਚ ਕਨਵਰਟ ਕਰਨਾ। ਆਕਟਲ ਦਾ ਬੇਸ ਤੁਹਾਨੂੰ ਪਤਾ ਕਿੰਨਾ ਹੁੰਦਾ 8, ਆਕਟਲ ਦਾ ਬੇਸ ਹੁੰਦਾ 8 ਤੇ ਬਾਈਨਰੀ ਦਾ ਬੇਸ ਹੁੰਦਾ 2। ਇਹਦਾ ਮਤਲਬ ਬਾਈਨਰੀ ਨੰਬਰ ਹਮੇਸ਼ਾ ਆ, ਦੇਖੋ ਇੱਕ ਬਾਈਨਰੀ ਨੰਬਰ ਹੈ, ਇਹ ਵਾਲਾ ਬਾਈਨਰੀ ਨੰਬਰ ਹੈ, ਇਹਨੂੰ ਅਸੀਂ ਕਨਵਰਟ ਕਰਨਾ ਆਕਟਲ ਦੇ ਵਿੱਚ। ਕੀ ਕਰਨਾ, ਅਸੀਂ ਇਹਨੂੰ 3 ਦੀ ਗਰੁੱਪਿੰਗ ਕਰ ਲੈਣੀ ਹੈ। ਜਿਹੜਾ ਬਾਈਨਰੀ ਨੰਬਰ ਹੈ ਜਿਹੜਾ ਸਾਨੂੰ ਦਿੱਤਾ ਹੋਇਆ ਜਿਹਨੂੰ ਕਨਵਰਟ ਕਰਨਾ, ਉਹਦੀ ਅਸੀਂ 3 ਦੀ ਗਰੁੱਪਿੰਗ ਕਰਨੀ ਹੈ ਇਸ ਸਾਈਡ ਤੋਂ।
ਇਹ ਵਾਲੀ ਸਾਈਡ ਤੋਂ ਜਿਹੜੀ ਲੀਸਟ ਸਿਗਨੀਫੀਕੈਂਟ ਬਿਟ ਹੈ ਇਸ ਸਾਈਡ ਤੋਂ 3 ਦੀ ਗਰੁੱਪਿੰਗ ਕਰਾਂਗੇ। ਇੱਕ ਗਰੁੱਪਿੰਗ ਸਾਡੀ ਆ ਹੋ ਗਈ, ਦੇਖੋ 101 ਇਹ ਵਾਲਾ ਆ ਗਿਆ। ਫਿਰ ਅੱਗੇ ਕਰਾਂਗੇ ਅਗਲੀ ਗਰੁੱਪਿੰਗ ਇਹ ਹੋ ਗਈ, ਦੇਖੋ 010 ਇਹ ਵਾਲਾ ਹੋ ਗਿਆ। ਅਗਲੀ ਗਰੁੱਪਿੰਗ ਫਿਰ ਇਸ ਸਾਈਡ ਤੋਂ ਕਰਾਂਗੇ 3 ਦੀ ਕਰਨੀ ਹੈ, 110 ਹੋ ਗਿਆ, ਇੱਕ ਇਹ ਹੋ ਗਿਆ। ਅਗਲੀ ਗਰੁੱਪਿੰਗ ਫਿਰ 3 ਦੀ ਕਰਨੀ ਹੈ, ਬਟ ਸਾਡੇ ਕੋਲ ਡਿਜਿਟ ਕਿੰਨੇ ਹੈਗੇ ਨੇ, 2 ਡਿਜਿਟ ਹੈ। ਇਹਦਾ ਮਤਲਬ ਜਦੋਂ 2 ਡਿਜਿਟ ਹੈ ਤਾਂ ਇੱਕ ਅਸੀਂ 0 ਅਸੀਂ ਕੋਲੋਂ ਲਗਾ ਲੈਣੀ ਆ, ਇੱਕ 0 ਅਸੀਂ ਕੋਲੋਂ ਲੈ ਲੈਣੀ ਆ। ਸੋ ਇਹਨੂੰ ਅਸੀਂ ਕੀ ਲਿਖਾਂਗੇ 010। ਫੋਰ ਐਗਜ਼ਾਮਪਲ ਇੱਥੇ ਸਾਡੇ ਕੋਲ 1 ਵੀ ਨਾ ਹੁੰਦਾ ਤੇ ਇੱਥੇ ਤੱਕ ਹੀ ਹੁੰਦਾ ਨੰਬਰ, ਇਹ ਸਾਡੇ ਕੋਲ ਇੱਕੋ ਹੀ ਡਿਜਿਟ ਸੀਗਾ ਤੇ ਫਿਰ ਅਸੀਂ ਇੱਥੇ 2 ਜ਼ੀਰੋਜ਼ ਲੈ ਲੈਣੇ ਸੀਗੇ। ਜਿੰਨੇ ਘੱਟ ਹੋਣ ਉਹਨੇ ਅੱਗੇ ਅਸੀਂ ਕੀ ਲੈ ਲੈਨੇ, ਜ਼ੀਰੋਜ਼ ਲੈ ਲੈਣੇ ਆ। ਹੁਣ ਇੱਥੇ ਇੱਕ 0 ਘੱਟ ਸੀ ਤਾਂ ਇੱਕ 0 ਲੈ ਲਈ। ਸੋ ਇਹਦਾ 3 ਦੀ ਗਰੁੱਪਿੰਗ ਕਰਕੇ ਤੇ ਅਸੀਂ ਇਹਨਾਂ ਦੇ ਜਿਹੜੇ ਆ ਉਹ ਆਕਟਲ ਦੇ ਵਿੱਚ ਇਹਨੂੰ ਲਿਖ ਲਾਂਗੇ। ਜਿਵੇਂ 010 ਤੁਸੀਂ ਇਹਦਾ ਜਲਦੀ ਨਾਲ ਟੇਬਲ ਬਣਾ ਸਕਦੇ ਹੋ, ਜਿਵੇਂ ਤੁਹਾਨੂੰ ਮੈਂ ਬਣਾਉਣਾ ਦੱਸਿਆ ਸੀ ਕਿ ਪਹਿਲੇ ਜਿਹੜੇ 4 ਹੈ ਉਹੀ ਲਿਖ ਲਓ, ਜ਼ੀਰੋਜ਼ ਲਿਖ ਲਓ, ਫਿਰ ਪਹਿਲੇ 4 ਜਿਹੜੇ ਆ ਉਹ 1 ਲਿਖ ਲਓ। ਹੁਣ ਸੇਮ ਵੇ ਨਾਲ ਅਗਲੇ ਕਾਲਮ ਦੇ ਵਿੱਚ ਬਣਾ ਲਓ, ਸੇਮ ਵੇ ਨਾਲ ਅਗਲੇ ਕਾਲਮ ਦੇ, ਤੇ ਅਸੀਂ ਇਹਦੀ ਜਿਹੜੀ ਵੈਲਿਊਜ਼ ਉਹ ਲਿਖਾਂਗੇ। ਹੁਣ ਮੈਂ ਪਿਛਲੇ ਟੇਬਲ ਤੋਂ ਤੁਹਾਨੂੰ ਦੱਸਣਾ, ਜਿਵੇਂ 011 ਹੈ, 011 ਹੈ, 010 ਹੈ, 010 ਹੈ, ਇਹਦੀ ਵੈਲਿਊ ਦੇਖੋ 010 ਹੈ ਇਹ ਵਾਲਾ, ਇਹਦੀ ਵੈਲਿਊ ਆਕਟਲ ਦੇ ਵਿੱਚ ਕਿੰਨੀ ਆ, 2। ਸੋ ਅਸੀਂ ਇੱਥੇ ਲਿਖ ਦਿੱਤਾ 2 ਲਿਖ ਦਿੱਤਾ। ਅੱਗੇ ਸਾਡੇ ਕੋਲ ਹੈਗਾ 110 ਹੈ ਤੇ ਇਹਦੀ ਜਿਹੜੀ ਵੈਲਿਊ ਹੈ ਉਹ ਅਸੀਂ ਕਿੰਨੀ ਲਿਖ ਦਾਂਗੇ, 6 ਲਿਖ ਦਾਂਗੇ। 110 ਜਿਹੜਾ ਉਹ ਦੇਖੋ ਉਹ ਹੈਗਾ 110 ਜਿਹੜਾ ਉਹ ਸਾਡੇ ਕੋਲ 110 ਉਹਦਾ ਆਕਟਲ ਕਿੰਨਾ ਹੈਗਾ, 6 ਹੈਗਾ। ਇਸੇ ਤਰ੍ਹਾਂ ਹੀ ਸੇਮ ਜਿਹੜਾ 101 ਬਾਈਨਰੀ ਆ ਇਹਨੂੰ ਆਕਟਲ ਦੇ ਵਿੱਚ 2 ਹੋਏਗਾ ਇਹਦਾ, ਜੇ ਟੇਬਲ ਤੋਂ ਦੇਖਾਂਗੇ ਤੇ ਇਹਦਾ ਕਿੰਨਾ ਹੋਏਗਾ, 101 ਦਾ ਕਿੰਨਾ ਹੈਗਾ, 5 ਹੈਗਾ। ਸੋ ਸਾਡਾ ਜਿਹੜਾ ਨੰਬਰ ਕੀ ਬਣ ਗਿਆ 2625, 2625 ਨਾਲ ਬੇਸ ਜ਼ਰੂਰ ਲਿਖਾਂਗੇ ਆਕਟਲ ਦੇ ਵਿੱਚ। ਇਸ ਤਰ੍ਹਾਂ ਬਾਈਨਰੀ ਨੰਬਰ ਨੂੰ ਅਸੀਂ ਕਨਵਰਟ ਕਰਦੇ ਹਾਂ ਆਕਟਲ ਦੇ ਵਿੱਚ। ਇੱਕ ਨੰਬਰ ਹੋਰ ਦਿੱਤਾ ਹੋਇਆ ਡੈਸੀਮਲ ਦੇ ਵਿੱਚ, ਮੈਂ ਆਹ ਵਾਲਾ ਇਹਦਾ ਫ੍ਰੈਕਸ਼ਨਲ ਪਾਰਟ ਹੈ। ਜਦੋਂ ਡੈਸੀਮਲ ਦੇ ਵਿੱਚ ਆ ਜੇ ਫਿਰ ਕਿਵੇਂ ਲਿਖਣਾ, ਫਿਰ ਵੀ ਅਸੀਂ ਇਧਰੋਂ ਹੀ ਸ਼ੁਰੂ ਕਰਨਾ ਇਹਨੂੰ। 3 ਦੀ ਗਰੁੱਪਿੰਗ ਜਿਹੜੀ ਆ 3 1s ਲਿਖ ਲਏ ਪਹਿਲਾਂ ਇਧਰੋਂ, ਆਹ ਦੇਖੋ ਆਹ ਡੈਸੀਮਲ ਹੈ, ਆਹ ਵਾਲਾ ਡੈਸੀਮਲ ਪਾਰਟ ਸੀ ਜਿਹੜਾ ਸਾਡਾ ਫ੍ਰੈਕਸ਼ਨਲ ਪਾਰਟ ਹੈ ਆਹ ਵਾਲਾ। ਪਹਿਲਾਂ ਅਸੀਂ ਇੱਥੋਂ ਸਟਾਰਟ ਕਰਾਂਗੇ, ਇਹ ਵਾਲੇ ਨੂੰ ਲਿਖਾਂਗੇ 1 1, ਦੋਨੋਂ ਤਿੰਨੋਂ 1s ਹੋ ਗਏ। ਫਿਰ ਅੱਗੇ ਇਹ ਵਾਲਾ 3 ਦੀ ਗਰੁੱਪਿੰਗ ਕਰਾਂਗੇ 001, ਇਹ ਵਾਲਾ ਹੋ ਗਿਆ 001। ਫਿਰ ਅਗਲੀ ਇਹ ਵਾਲੀ ਗਰੁੱਪਿੰਗ ਹੋ ਗਈ, ਮਤਲਬ ਇਹ ਕਿੰਨਾ ਹੋ ਗਿਆ 010 ਇਹ ਵਾਲੀ ਹੋ ਗਈ। ਹੁਣ ਡੈਸੀਮਲ ਤੋਂ ਇਧਰੋਂ, ਜਦੋਂ ਡੈਸੀਮਲ ਵਾਲਾ ਫਿਰ ਇਧਰੋਂ ਅਸੀਂ ਗਰੁੱਪਿੰਗ ਕਰਨੀ ਇਸ ਸਾਈਡ ਤੋਂ 100 100 ਅੱਗੇ 011 011 ਇਹਦਾ ਆਕਟਲ। ਜਦੋਂ ਫਿਰ ਅਸੀਂ ਟੇਬਲ ਦੇਖਾਂਗੇ ਦਾ 010 ਇਹ 2 ਹੁੰਦਾ, 1005 ਹੁੰਦਾ, 111 ਜਿਹੜਾ ਲਾਸਟ ਨੰਬਰ ਆ ਉਹ ਕਿੰਨਾ ਹੁੰਦਾ, ਇਹਦਾ 7 ਹੁੰਦਾ। ਇੱਥੇ ਡੈਸੀਮਲ ਆ ਗਿਆ, ਇੱਥੇ 100 ਦਾ 4 ਹੁੰਦਾ, ਇੱਥੇ 100 ਇੱਕ ਮਿੰਟ ਦੇਖੋ 100 100 4 ਹੁੰਦਾ, 1004 ਹੁੰਦਾ, ਇੱਥੇ ਵੀ 100 ਕੀ ਆਏਗਾ, 4 ਆਏਗਾ, ਇੱਥੇ ਵੀ 4 ਆਏਗਾ, 1004 ਇੱਥੇ ਵੀ 4 ਹੋ ਗਿਆ। ਤੇ ਇੱਥੇ ਸਾਡੇ ਕੋਲ 011 ਇਹਦਾ ਕੀ ਹੁੰਦਾ 3। ਇਹਦਾ ਮਤਲਬ ਸਾਡੇ ਕੋਲ ਜਿਹੜਾ ਆਕਟਲ ਨੰਬਰ ਆ ਉਹ 247.43 ਆ ਗਿਆ। ਸੋ ਆਕਟਲ ਤੋਂ ਬਾਈਨਰੀ ਦੇ ਵਿੱਚ, ਆਕਟਲ ਤੋਂ ਬਾਈਨਰੀ ਦੇ ਵਿੱਚ ਜਦੋਂ ਕਨਵਰਟ ਕਰਨਾ, ਇੱਕ ਇਹ ਨੰਬਰ ਹੈ ਆਕਟਲ ਨੰਬਰ ਹੈ, ਇਹਨੂੰ ਬਾਈਨਰੀ ਦੇ ਵਿੱਚ ਜਦੋਂ ਕਨਵਰਟ ਕਰਾਂਗੇ ਤੇ ਬਾਈਨਰੀ ਦੇ ਵਿੱਚ ਕਨਵਰਟ ਕਰਕੇ 3 ਬਿਟ ਬਾਈਨਰੀ ਉਹਦਾ ਇਕੁਇਵਲੈਂਟ ਨੰਬਰ ਲੈ ਲਾਂਗੇ। ਇਹਨਾਂ ਨੂੰ ਅਸੀਂ ਥੋੜਾ ਸਪੇਸ ਦੇ ਕੇ, ਥੋੜਾ ਗੈਪ ਦੇ ਕੇ ਇਹਨਾਂ ਨੂੰ ਆਹ ਨੰਬਰ ਜਿਹੜੇ ਉਹ ਸਾਰੇ ਲਿਖ ਲਵਾਂਗੇ। ਜਿਹੜੇ ਸਾਡੇ ਕੋਲ ਆਕਟਲ ਨੰਬਰ ਉਹਨੂੰ ਅਸੀਂ ਥੋੜਾ ਗੈਪ ਦੇ ਕੇ ਅਸੀਂ ਲਿਖ ਲਵਾਂਗੇ। ਹੁਣ ਸਾਨੂੰ ਪਤਾ 5 ਦਾ ਜਗ੍ਹਾ ਜਿਹੜਾ ਆਕਟਲ ਆ ਉਹ ਕਿੰਨਾ ਹੁੰਦਾ ਬਾਈਨਰੀ ਦੀ, ਉਹ 101 ਹੁੰਦਾ, 4100, 6110, 7 ਦੀ ਜਗ੍ਹਾ 111, 3 ਦੀ ਜਗ੍ਹਾ 011। ਸੋ ਇਹਦਾ ਜਿਹੜਾ ਬਾਈਨਰੀ ਇਕੁਇਵਲੈਂਟ ਹੈ ਉਹ ਇਹ ਵਾਲਾ ਹੋ ਜਾਏਗਾ, ਇਹ ਵਾਲਾ ਇਹਦਾ ਬਾਈਨਰੀ ਇਕੁਇਵਲੈਂਟ ਹੋ ਜਾਏਗਾ। ਬਾਈਨਰੀ ਟੂ ਹੈਕਸਾਡੈਸੀਮਲ, ਜਦੋਂ ਬਾਈਨਰੀ ਨੂੰ ਹੈਕਸਾ ਦੇ ਵਿੱਚ ਕਰਨਾ ਹੈ ਤੇ ਫਿਰ ਅਸੀਂ 4 ਦੀ ਗਰੁੱਪਿੰਗ ਕਰਾਂਗੇ, 4 ਦੀ ਗਰੁੱਪਿੰਗ ਕਰ ਲਾਂਗੇ।
देखो आ एक नंबर सीगा साडे कोल, इहनूं असीं कन्वर्ट करना है, बाइनरी नंबर है, इहनूं हेक्साडेसिमल दे विच कन्वर्ट करना है। 4 दी ग्रुपिंग कर ਲਈ ਅਸੀਂ। ਆ देखो 4 फिर अगे 4 फिर अगे 4 ਇਹਨੂੰ ਲਿਖਾਂਗੇ ਜਦੋਂ ਅਸੀਂ ਹੈਕਸਾਡੈਸੀਮਲ ਜਦੋਂ 4 ਡਿਜਿਟ ਵਾਲਾ ਅਸੀਂ ਦੇਖਾਂਗੇ ਜਦੋਂ ਹੈਕਸਾ ਦੇ ਵਿੱਚ ਅਸੀਂ ਕੀਤਾ ਸੀਗਾ ਤੇ ਹੈਕਸਾਡੈਸੀਮਲ ਦੇ ਵਿੱਚ ਜਿਹੜਾ ਆ ਬਾਈਨਰੀ ਨੰਬਰ ਸੀਗਾ ਸਾਡਾ ਇਹਨੂੰ ਅਸੀਂ ਇੱਥੇ ਇੱਥੇ ਕੀ ਆਂਦਾ ਸੀ 5 0011 ਇੱਥੇ ਕੀ ਸਾਡਾ 3 ਤੇ ਜਦੋਂ 1011 ਇੱਥੇ ਕੀ ਆਣਾ ਸਾਡਾ B ਆਣਾ ਜਿਹਦੇ ਅਸੀਂ ਦੁਬਾਰਾ ਇੱਕ ਵਾਰੀ ਟੇਬਲ ਨੂੰ ਦੇਖਾਂਗੇ ਤਾਂ ਆ ਦੇਖੋ ਕਿਉਂਕਿ ਜਦੋਂ ਮੈਂ ਤੁਹਾਨੂੰ ਸਮਝਾਇਆ ਸੀ ਪਹਿਲਾਂ ਜਦੋਂ ਇੱਕ ਟੇਬਲ ਕ੍ਰੀਏਟ ਦੱਸਣਾ ਕਰਨਾ ਦੱਸਿਆ ਸੀਗਾ ਤੇ ਇਸ ਤਰ੍ਹਾਂ ਨਾਲ ਇਹਦੀਆਂ ਵੈਲਿਊਜ਼ ਆ ਜਾਂਦੀਆਂ ਸੀਗੀਆਂ ਸੋ ਜਦੋਂ ਇਹਦੀ ਵੈਲਿਊ ਜਿਹੜੀ ਹੁਣ ਸਾਡੇ ਕੋਲ ਇਹ ਸੀਗੀ ਹੁਣ ਕਹਿ ਦੇ ਆ ਜਾਓ ਯਾਰ ਸੋ ਨੈਕਸਟ ਇੱਕ ਹੋ ਰਿਹਾ ਹੈ ਕਿ ਆ ਬਾਈਨਰੀ ਨੰਬਰ ਹੈ ਇਹਨੂੰ ਅਸੀਂ ਬਾਈਨਰੀ ਨੂੰ ਅਸੀਂ ਇਹਨੂੰ ਹੈਕਸਾ ਦੇ ਵਿੱਚ ਫਿਰ ਕਨਵਰਟ ਕੀਤਾ ਇਹ ਇੱਕ ਬਾਈਨਰੀ ਨੰਬਰ ਹੈ ਇਹਦੇ ਦੇਖੋ ਅਸੀਂ 4 ਲੈ ਲਾਂਗੇ ਸਾਈਡ 4 ਇਹ ਵਾਲੇ ਲੈ ਲੇ ਆ ਦੇਖੋ 4 ਲੈ ਲਏ ਅਸੀਂ ਫਿਰ 4 ਦੀ ਗਰੁੱਪਿੰਗ ਫਿਰ ਕਰ ਲਾਂਗੇ ਇਹ 4 ਦੀ ਗਰੁੱਪਿੰਗ ਹੋ ਗਈ ਇਹ ਵਾਲੀ ਫਿਰ 4 ਦੀ ਕਰਾਂਗੇ ਹੁਣ ਦੇਖਾਂਗੇ ਕਿ ਸਾਡੇ ਕੋਲ 4 ਦੀ ਗਰੁੱਪਿੰਗ ਲਈ ਕੀ ਕਰਨਾ ਅਸੀਂ ਇੱਕ ਇੱਕ ਲੈ ਲਾਂਗੇ ਤੇ ਫਿਰ 0 ਲੈ ਲਾਂਗੇ ਇੱਥੇ ਕੀ ਲੈ ਲਾਂਗੇ ਇੱਕ ਮਿੰਟ ਇਹ ਆ ਗਏ ਸਾਡੇ ਕੋਲ 1 1 ਇਹ ਵਾਲੀ 4 ਦੀ ਗਰੁੱਪਿੰਗ ਹੋ ਗਈ ਫਿਰ ਇਹ 4 ਦੀ ਗਰੁੱਪਿੰਗ ਹੋ ਗਈ ਅੱਗੇ ਇੱਥੇ ਫਿਰ ਅਸੀਂ 0 ਲੈਣਾ ਇਹ ਆ ਗਿਆ 1 0 1 ਇੱਥੇ ਆਣਾ ਸਾਡੇ ਕੋਲ 0 ਆਏਗਾ ਇੱਥੇ ਆਣਾ 0 ਇੱਥੇ ਆਏਗਾ 0 ਸੋ ਅਸੀਂ ਇਹਦੀ ਵੈਲਿਊ ਫਿਰ ਦੇਖ ਲੈਣੀ ਹੈ 0 1 0 1 ਦੇਖੋ ਕਿੱਥੇ ਹੈ 0 1 0 1 0 1 0 1 0 1 0 1 ਦੇਖੋ ਇਹਦੀ ਜਗ੍ਹਾ ਅਸੀਂ ਕੀ ਲਿਖਾਂਗੇ A ਇਹਦੀ ਜਗ੍ਹਾ ਅਸੀਂ ਕੀ ਲਿਖਾਂਗੇ A ਇੱਥੇ ਆ ਜਾਏਗਾ ਸਾਡੇ ਕੋਲ A ਅੱਗੇ ਫਿਰ ਇਹਨੂੰ ਚੈੱਕ ਕਰਾਂਗੇ 0 0 1 1 ਉਹਦੀ ਜਗ੍ਹਾ ਕੀ ਆ ਜਾਂਦਾ 3 ਤੇ ਇਹ ਵਾਲਾ ਜਿਹੜਾ 0 1 1 1 ਹੈ ਇਹਦੀ ਜਗ੍ਹਾ ਕੀ ਆ ਜਾਏਗਾ ਸਾਡੇ ਕੋਲ 5 ਆ ਜਾਏਗਾ ਇਸ ਤਰ੍ਹਾਂ ਨਾਲ ਹੈਕਸਾ ਦੇ ਵਿੱਚ ਅਸੀਂ ਕਨਵਰਟ ਕਰ ਸਕਦੇ ਹਾਂ ਸੇਮ ਹੀ ਅੱਗੇ ਬਾਈਨਰੀ ਨੰਬਰ ਫਿਰ ਇਹਨੂੰ ਅੱਗੇ ਅਸੀਂ ਹੈਕਸਾ ਦੇ ਵਿੱਚ ਜਿਹੜਾ ਉਹ ਕਨਵਰਟ ਕੀਤਾ ਅੱਗੇ ਹੈਕਸਾ ਨੂੰ ਡੈਸੀਮਲ ਦੇ ਵਿੱਚ ਹੈਕਸਾ ਆ ਇੱਕ 9AF ਕਿਉਂਕਿ A ਤੇ F ਦੇਖੋ ਇੱਥੋਂ ਕਲੀਅਰ ਹੋ ਰਿਹਾ ਹੈ ਕਿ ਸਾਡਾ ਹੈਕਸਾ ਡੈਸੀਮਲ ਆ ਉਹ ਹੈਕਸਾ ਡੈਸੀਮਲ 0 to 9 ਡਿਜਿਟ ਯੂਜ਼ ਕਰਦੇ ਆ ਤੇ ਕੁਝ ਲੈਟਰ ਯੂਜ਼ ਕਰਦੇ ਆ A ਤੋਂ ਲੈ ਕੇ F ਤੱਕ A ਔਰ F ਆ ਗਿਆ ਸਾਡਾ F ਜਿਹੜਾ ਉਹ ਬਿਲਕੁਲ ਲਾਸਟ ਹੁੰਦਾ 15 ਹੁੰਦਾ ਜਿੱਦਾਂ ਜਾ ਕੇ ਲਾਸਟ ਹੁੰਦਾ 1 5 1 1 1 1 ਇਹਨੂੰ ਬਾਈਨਰੀ ਚ ਕਨਵਰਟ ਕਰਨਾ ਫਿਰ ਅਸੀਂ 9A ਤੇ F ਲਿਖ ਲਾਂਗੇ 9A ਔਰ F ਲਿਖ ਲਾਂਗੇ ਜਦੋਂ ਅਸੀਂ ਟੇਬਲ ਤੋਂ ਦੇਖਾਂਗੇ ਜਾਂ ਖੁਦ ਟੇਬਲ ਕ੍ਰੀਏਟ ਕਰ ਲਾਂਗੇ ਕਿਉਂਕਿ ਉਹ ਦੇਖ ਲਿਆ ਜਿਹਨੂੰ ਸਮਝ ਆਉ ਹੁਣ ਕਰ ਸਕਦਾ ਅੱਗੇ ਤੇ 9 ਦੀ ਜਗ੍ਹਾ ਤੇ ਸਾਡੇ ਕੋਲ ਟੇਬਲ ਦੇ ਵਿੱਚ ਦੇਖਾਂਗੇ 1001 ਹੈ A ਦੀ ਜਗ੍ਹਾ ਤੇ ਸਾਡੇ ਕੋਲ ਕੀ ਹੈ 1010 ਹੈ ਔਰ F ਜਿਹੜਾ ਲਾਸਟ ਹੈਗਾ ਉਹ ਸਾਡੇ ਚਾਰੋਂ ਡਿਜਿਟ ਕੀ ਆਉਂਦੇ ਆ 1111 ਇਸ ਤਰ੍ਹਾਂ ਨਾਲ ਹੈਕਸਾਡੈਸੀਮਲ ਨੂੰ ਅਸੀਂ ਬਾਈਨਰੀ ਵਿੱਚ ਕਨਵਰਟ ਕਰ ਲੈਂਦੇ ਆ ਹੁਣ ਆਕਟਲ ਨੂੰ ਡੈਸੀਮਲ ਦੇ ਵਿੱਚ ਕਨਵਰਟ ਕਰਨਾ ਆਕਟਲ ਨੂੰ ਡੈਸੀਮਲ ਦੇ ਵਿੱਚ ਆਕਟਲ ਨੂੰ ਜਦੋਂ ਡੈਸੀਮਲ ਦੇ ਵਿੱਚ ਕਰਨਾ ਹੈ ਜਦੋਂ ਵੀ ਡੈਸੀਮਲ ਦੇ ਵਿੱਚ ਕਨਵਰਟ ਕਰਾਂਗੇ ਤੇ ਮਲਟੀਪਲਾਈ ਹੀ ਕਰਨਾ ਹੈ ਜਦੋਂ ਅਸੀਂ ਬਾਈਨਰੀ ਨੂੰ ਡੈਸੀਮਲ ਦੇ ਵਿੱਚ ਕਨਵਰਟ ਕੀਤਾ ਤੇ ਮਲਟੀਪਲਾਈ ਕੀਤਾ ਹੈ ਉਹਦੇ ਬੇਸ ਨਾਲ ਉਹਦਾ ਬੇਸ ਸੀਗਾ ਬਾਈਨਰੀ ਦਾ 2 ਹੁਣ ਆਕਟਲ ਨੂੰ ਡੈਸੀਮਲ ਦੇ ਵਿੱਚ ਕਰਨਾ ਹੈ ਤੇ ਆਕਟਲ ਦਾ ਬੇਸ ਹੁੰਦਾ 8 ਨਾਲ ਮਲਟੀਪਲਾਈ ਕਰਦੇ ਜਾਵਾਂਗੇ ਹੁਣ 2 5 3 ਹੈ ਇਹ 3 ਡਿਜਿਟ ਹੈਗੇ ਆ ਇਹਦਾ ਮਤਲਬ ਕਿੱਥੋਂ ਸ਼ੁਰੂ ਕਰਾਂਗੇ 2 ਮਲਟੀਪਲਾਈ 3 ਡਿਜਿਟ ਹੈਗੇ ਤੇ ਪਾਵਰ ਕਿੰਨੀ ਲਾਵਾਂਗੇ 3 ਡਿਜਿਟ ਹੈ ਟੋਟਲ ਪਾਵਰ ਇਧਰੋਂ 2 ਤੋਂ ਸ਼ੁਰੂ ਕਰਾਂਗੇ 2 ਨੂੰ ਮਲਟੀਪਲਾਈ ਕਰਾਂਗੇ ਕਿੰਨਾ ਬੇਸ ਹੁੰਦਾ ਆਕਟਲ ਦਾ 8 ਦੀ ਪਾਵਰ 2 ਪਲੱਸ ਅਗਲਾ ਡਿਜਿਟ ਹੈ 5 ਮਲਟੀਪਲਾਈ ਬਾਈ 8 ਦੀ ਪਾਵਰ 1 ਫਿਰ 3 ਹੈ ਮਲਟੀਪਲਾਈ ਬਾਈ 8 ਦੀ ਪਾਵਰ 0 ਅੱਗੇ ਡੈਸੀਮਲ ਹੈ ਪਲੱਸ 6 ਮਲਟੀਪਲਾਈ 8 ਰੇਜ਼ ਟੂ ਪਾਵਰ -1 ਪਲੱਸ ਅੱਗੇ 4 ਹੈ 4 ਮਲਟੀਪਲਾਈ 8 ਰੇਜ਼ ਟੂ ਪਾਵਰ 2 ਅੱਗੇ ਇਹਨੂੰ ਸਿੰਪਲੀਫਾਈ ਅਸੀਂ ਕਰਾਂਗੇ ਤੇ ਸਾਡੇ ਕੋਲ ਇਹ ਵਾਲਾ ਇਹਦਾ ਆਨਸਰ ਆ ਜਾਏਗਾ ਡੈਸੀਮਲ ਟੂ ਆਕਟਲ ਜਦੋਂ ਡੈਸੀਮਲ ਨੂੰ ਅਸੀਂ ਆਕਟਲ ਦੇ ਵਿੱਚ ਕਨਵਰਟ ਕਰਨਾ ਤੇ ਫਿਰ ਅਸੀਂ ਡਿਵਾਈਡ ਕਰਨਾ ਜਦੋਂ ਆਕਟਲ ਨੂੰ ਡੈਸੀਮਲ ਦੇ ਵਿੱਚ ਕੀਤਾ ਸੀਗਾ ਤੇ ਮਲਟੀਪਲਾਈ ਜਦੋਂ ਫਿਰ ਡੈਸੀਮਲ ਤੇ ਆਕਟਲ ਜਦੋਂ ਡੈਸੀਮਲ ਦੀ ਗੱਲ ਆ ਜਾਂਦੀ ਫਿਰ ਅਸੀਂ ਹਮੇਸ਼ਾ ਕੀ ਕਰਨਾ ਮਲਟੀਪਲਾਈ ਜਾਂ ਡਿਵਾਈਡ ਹੁਣ ਡੈਸੀਮਲ ਤੋਂ ਅਸੀਂ ਆਕਟਲ ਦੇ ਵਿੱਚ ਲਿਆਉਣਾ ਤੇ ਅਸੀਂ ਕੀ ਕਰਨਾ ਡਿਵਾਈਡ ਕਰਾਂਗੇ ਹੁਣ ਕਿਹਦੇ ਨਾਲ ਕਰਾਂਗੇ 8 ਨਾਲ ਕਿਉਂਕਿ ਆਕਟਲ ਦਾ ਬੇਸ ਕਿੰਨਾ 8
ਜਦੋਂ ਡੈਸੀਮਲ ਨੂੰ ਬਾਈਨਰੀ ਚ ਕਨਵਰਟ ਕੀਤਾ ਸੀ ਤੇ 2 ਨਾਲ ਕਰਦੇ ਸੀ ਡਿਵਾਈਡ, ਹੁਣ 8 ਨਾਲ ਕਰਾਂਗੇ। सिक्स आ जाएगा इतने 3 फिर 0 ਨੂੰ ਕਰਾਂਗੇ 80 ਦਾ 0 ਰਿਮਾਈਂਡਰ ਕਿੰਨਾ ਆ ਗਿਆ ਸਾਡੇ ਕੋਲ 7। ਸੋ ਅਸੀਂ ਇਹਨੂੰ ਰੀਡ ਕਿਵੇਂ ਕਰਾਂਗੇ 731 ਇਹ ਵਾਲਾ ਸਾਡਾ ਜਿਹੜਾ ਉਹ ਕੀ ਆ ਜਾਏਗਾ ਆਕਟਲ ਨੰਬਰ ਆ ਜਾਏਗਾ। ਜੇ ਅਸੀਂ ਚੈੱਕ ਕਰੀਏ ਤੇ ਸਾਡੇ ਕੋਲ 137 ਮਤਲਬ ਆ 731 ਹੀ ਆ ਰਿਹਾ ਸਾਡੇ ਕੋਲ। ਇਹਦੇ ਵਿੱਚ ਦੇਖੀ ਆਕਟਲ ਦੇ ਵਿੱਚ ਕੋਈ ਵੀ 7 ਤੋਂ ਅਗਲਾ ਡਿਜਿਟ ਨਹੀਂ ਆਏਗਾ। ਜਦੋਂ ਵੀ ਆਕਟਲ ਦੇ ਵਿੱਚ ਇਹਦੇ ਰਿਮਾਈਂਡਰਸ ਜਿਹੜੇ ਆਣੇ ਆ ਉਹ 1 ਤੋਂ 0 ਹੋ ਸਕਦਾ ਹੈ 1 2 3 4 5 6 ਜਾਂ 7 ਤੱਕ ਹੋ ਸਕਦੇ ਆ। ਜਿਵੇਂ ਬਾਈਨਰੀ ਦੇ ਵਿੱਚ ਓਨਲੀ 0 ਐਂਡ 1 ਰਿਮਾਈਂਡਰ ਆਉਂਦੇ ਸੀਗੇ। ਸੋ ਡੈਸੀਮਲ ਟੂ ਹੈਕਸਾਡੈਸੀਮਲ ਇਹ ਲਾਸਟ ਹੈ ਕਿ ਇਹਨੂੰ ਅਸੀਂ ਡੈਸੀਮਲ ਨੂੰ ਅਸੀਂ ਹੈਕਸਾਡੈਸੀਮਲ ਦੇ ਵਿੱਚ ਕਿਵੇਂ ਕਨਵਰਟ ਕਰਦੇ ਆ। ਉਸੇ ਤਰ੍ਹਾਂ ਹੀ ਕਿ ਜਦੋਂ ਡੈਸੀਮਲ ਦੀ ਗੱਲ ਆ ਜਾਂਦੀ ਤੁਹਾਨੂੰ ਦੱਸਿਆ ਤੇ ਇਹਦੇ ਵਿੱਚ ਅਸੀਂ ਕਿਵੇਂ ਕਰਨਾ ਹੈਕਸਾਡੈਸੀਮਲ ਦੇ ਵਿੱਚ ਕਿ ਆ ਇੱਕ ਸਾਡਾ ਡੈਸੀਮਲ ਹੈਕਸਾਡੈਸੀਮਲ ਨੰਬਰ ਹੈਗਾ 423 ਆ ਵਾਲਾ 423। ਜਦੋਂ ਹੁਣ ਹੈਕਸਾਡੈਸੀਮਲ ਦੀ ਗੱਲ ਆਉਂਦੀ ਇਹਦਾ ਬੇਸ ਹੁੰਦਾ 16। ਇਹਨੂੰ 16 ਨਾਲ ਅਸੀਂ ਜਦੋਂ ਇਹਨੂੰ ਡਿਵਾਈਡ ਕਰਾਂਗੇ ਇਹਨੂੰ ਜਦੋਂ 16 ਨਾਲ ਡਿਵਾਈਡ ਕਰਾਂਗੇ ਤੇ ਇਹ ਜਦੋਂ ਸਾਡੇ ਕੋਲ ਕੀ ਆ ਜਾਏਗਾ 26 ਤੇ ਇੱਥੇ ਸਾਡੇ ਕੋਲ ਡਿਵਾਈਡ ਕਰਾਂਗੇ ਤੇ 26 ਆ ਜਾਏਗਾ ਤੇ ਬਾਕੀ ਰਿਮਾਈਂਡਰ ਜਿਹੜਾ ਉਹ ਕਿੰਨਾ ਆ ਜਾਏਗਾ ਜਦੋਂ ਡਿਵਾਈਡ ਮਲਟੀਪਲਾਈ ਇਹਨੂੰ ਇਹਦੇ ਨਾਲ ਮਲਟੀਪਲਾਈ ਕੀਤਾ ਤੇ ਇੱਥੇ ਆ ਜਾਏਗਾ ਬਾਕੀ ਰਿਮਾਈਂਡਰ ਕਿੰਨਾ ਆ ਜਾਏਗਾ 7 ਆ ਜਾਏਗਾ। ਹੁਣ 16 ਨੂੰ 16 1 ਦਾ 16 16 2 ਦਾ 32 ਇਹ ਤੋਂ ਜ਼ਿਆਦਾ ਵੱਧ ਜਾਂਦਾ। ਇਹਦਾ ਮਤਲਬ 61 ਦਾ 16 1 ਤੇ ਜਾਏਗਾ ਇਹ ਤੇ ਇਹ ਬਾਕੀ ਰਿਮਾਈਂਡਰ ਕਿੰਨਾ ਆ ਜਾਏਗਾ 10 ਆ ਜਾਏਗਾ। 10 ਨੂੰ ਅਸੀਂ ਕਿੱਦਾਂ ਲਿਖਦੇ ਆ A ਨਾਲ ਡਿਨੋਟ ਕਰਦੇ ਆ 10 ਨੂੰ ਅਸੀਂ A ਨਾਲ ਲਿਖਦੇ ਆ ਹੈਕਸਾਡੈਸੀਮਲ ਦੇ ਵਿੱਚ। ਫਿਰ ਅੱਗੇ 16 ਨੂੰ ਫਿਰ ਅੱਗੇ 1 ਹੈ 16 0 ਦਾ ਮਤਲਬ 1 ਇਹ 0 ਤੇ ਜਾਏਗਾ ਕਿਉਂਕਿ ਜੇ 1 ਤੇ ਵੀ ਕਰਾਂਗੇ ਇਹਨੂੰ ਤੇ 16 1 ਦਾ 16 ਹੋ ਜਾਂਦਾ ਇਹ 1 ਤੋਂ ਵੱਧ ਜਾਂਦਾ ਇਸ ਲਈ ਅਸੀਂ 0 ਤੇ ਕਰਾਂਗੇ 0 ਤੇ ਕਰਾਂਗੇ ਤੇ 16 0 ਦਾ ਮਤਲਬ ਕੀ ਹੋ ਗਿਆ 0 ਹੋ ਗਿਆ। ਸੋ ਇੱਥੇ ਕੀ ਆ ਗਿਆ ਸਾਡੇ ਕੋਲ ਰਿਮਾਈਂਡਰ ਅਗੇਨ 1 ਆ ਗਿਆ। ਸੋ ਅਸੀਂ ਇਹਨੂੰ ਰੀਡ ਕਿਵੇਂ ਕਰਨਾ ਹਮੇਸ਼ਾ ਬਾਟਮ ਤੋਂ ਟੌਪ ਵੱਲ ਨੂੰ 1A7 ਜਿਹੜਾ ਉਹ ਇਹਦਾ ਡੈਸੀਮਲ ਜਿਹੜਾ ਹੈਕਸ ਡੈਸੀਮਲ ਟੂ ਹੈਕਸਾ ਇਸ ਤਰ੍ਹਾਂ ਨਾਲ ਇਹਨੂੰ ਕਨਵਰਜਨ ਕਰਾਂਗੇ। ਸੋ ਅੱਜ ਦਾ ਜਿਹੜਾ ਸੈਸ਼ਨ ਆ ਉਹ ਇੱਥੇ ਹੀ ਅਸੀਂ ਓਵਰ ਕਰਦੇ ਹਾਂ। ठीक है सर। हाँ जी हाँ मनदीप सर आई थिंक सेशन मेरा कंप्लीट ही है टॉपिक